रेडियो वाई 91.9 FM ਸੁਣੇ ਸਾਰੇ ਲਿਸਨਰ ਦਾ ਬਹੁਤ-ਬਹੁਤ ਸਵਾਗਤ ਵੈਲਕਮ ਵਾਈ ਮੀਡੀਆ ਸੁਪਰ ਪ੍ਰਾਈਮ ਟਾਈਮ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ 'ਚ ਕਾਫੀ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ। ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸੱਭਰਵਾਲ ਤੇ ਇਕਨੋਮੀ ਤੇ ਫਾਈਨੈਂਸ ਦੀ ਗੱਲਬਾਤ ਕਰਨਗੇ ਪੰਕਜ ਮੋਂਗਾ ਜੀ। ਲੇਕਿਨ ਸਭ ਤੋਂ ਪਹਿਲਾਂ ਮੈਂ ਸਟੂਡੀਓ ਦੇ ਨੰਬਰ ਜਿਹੜੇ ਅਨਾਉਂਸ ਕਰਦੇ ਆ 9052269109 905226 9109 ਸਟੂਡੀਓ ਦਾ ਨੰਬਰ ਨੇ। ਇਸ ਤੋਂ ਇਲਾਵਾ ਵਾਈ ਮੀਡੀਆ ਦਾ ਨੰਬਰ 416 475 5000 416475 ਵਾਈ ਮੀਡੀਆ ਦਾ ਨੰਬਰ ਨੇ। ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਨੀ ਹੈ, ਕਿਸੇ ਵੀ ਸਪਾਂਸਰ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਜਾਂ ਇਸ ਤੋਂ ਇਲਾਵਾ ਕੋਈ ਲਾਈਵ ਔਨ ਲੋਕੇਸ਼ਨ ਚੱਲ ਰਿਹਾ ਜਾਂ ਈਵਨ ਪ੍ਰੋਗਰਾਮ ਦੇ ਬਾਰੇ ਤੁਹਾਡੀ ਕੋਈ ਇਨਪੁਟ ਹੈ, ਉਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ 4164755000 416 475 5000 ਵਾਈ ਮੀਡੀਆ ਦੇ ਨੰਬਰ ਨੇ। ਸੋ ਜ਼ਿਆਦਾ ਜਿਹੜੀ ਗੱਲਬਾਤ ਉਹ ਅਸੀਂ ਲੇਟਰ ਔਨ ਕਰਾਂਗੇ ਨਿਊਜ਼ ਦੇ ਬਾਰੇ। ਲੇਕਿਨ ਹੁਣ ਸਾਡੇ ਨਾਲ ਜਿਹੜੇ ਹਾਜ਼ਰ ਨੇ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸੱਭਰਵਾਲ ਜੀ, ਉਹਨਾਂ ਦਾ ਸਵਾਗਤ ਕਰ ਲਈਏ, ਫਿਰ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ। ਪੀਕੇ ਜੀ ਵੈਲਕਮ ਟੂ ਰੇਡੀਓ ਵਾਈ, ਬਹੁਤ ਬਹੁਤ ਸਵਾਗਤ ਹੈ ਸਰ। ਵੈਲਕਮ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਐਂਡ ਵੈਰੀ ਗੁੱਡ ਆਫਟਰਨੂਨ ਟੂ ਆਲ ਆਵਰ ਲਿਸਨਰਸ। ਜੀ ਸਰ। ਜੀ ਵੈਰੀ ਗੁੱਡ ਆਫਟਰਨੂਨ। ਇਸ ਤੋਂ ਇਲਾਵਾ ਇਕਨੋਮੀ ਦੀ ਗੱਲਬਾਤ ਲੈ ਕੇ ਹਾਜ਼ਰ ਨੇ ਪੰਕਜ ਮੋਂਗਾ ਜੀ। ਪੰਕਜ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰ। ਵੈਲਕਮ। ਥੈਂਕ ਯੂ ਗੁਰਦੀਪ ਜੀ ਤੇ ਮੇਰੀ ਤਰਫੋਂ ਵੀ ਸਭ ਨੂੰ ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ। ਸੋ ਹੁਣ ਸਾਡੇ ਜਿਹੜੇ ਲਿਸਨਰ ਨੇ ਉਹ ਸਟੂਡੀਓ 'ਚ ਕਾਲ ਕਰਕੇ ਅਗਰ ਉਹਨਾਂ ਦਾ ਕੋਈ ਕੁਐਸਚਨ ਹੈ ਤੇ ਉਹ ਕਰ ਸਕਦੇ ਨੇ। ਪੰਕਜ ਜੀ ਹਾਜ਼ਰ ਨੇ, ਪੀਕੇ ਜੀ ਹਾਜ਼ਰ ਨੇ। ਤੁਹਾਨੂੰ ਪਤਾ ਹੈ ਕਿ ਜਿਹੜੀ ਸਲਾਹ ਹੁੰਦੀ ਹੈ ਨਾ ਬੜੀ ਇੰਪੋਰਟੈਂਟ ਹੁੰਦੀ ਹੈ। ਵੈਸੇ ਫ੍ਰੀ 'ਚ ਤੇ ਬਹੁਤ ਮਿਲ ਜਾਂਦੀ ਹੈ ਤੇ ਮੈਨੂੰ ਜਿਹੜੀ ਖੁਸ਼ੀ ਹੈ ਉਹ ਇਸ ਗੱਲ ਦੀ ਹੈ ਕਿ ਜਿਹੜੇ ਸਾਡੇ ਲਿਸਨਰ ਆ ਉਹ ਇੰਨੇ ਜਿਹੜੇ ਸਾਡੇ ਲੈਜੈਂਡ ਨੇ, ਇੰਨਾ ਐਕਸਪੀਰੀਅੰਸ ਹੈ ਆਪਣੀ ਆਪਣੀ ਫੀਲਡ ਦੇ ਵਿੱਚ, ਉਹਨਾਂ ਦੀ ਸਲਾਹ ਜਿਹੜੀ ਉਹ ਕਾਲ ਕਰਕੇ ਵੀ ਲੈ ਸਕਦੇ ਨੇ। ਸੋ ਤੁਸੀਂ ਵੀ ਸਟੂਡੀਓ 'ਚ ਕਾਲ ਕਰਕੇ ਆਪਣੀ ਜਿਹੜੀ ਗੱਲਬਾਤ, ਆਪਣਾ ਸਵਾਲ ਰੱਖ ਸਕਦੇ ਹੋ। ਪੀਕੇ ਜੀ ਹਾਜ਼ਰ ਨੇ, ਪੰਕਜ ਜੀ ਹਾਜ਼ਰ ਨੇ। ਪੀਕੇ ਜੀ ਅਗੇਨ ਸਟਾਰਟਸ ਵਿਦ ਯੂ ਸਰ। ਓਪਨਿੰਗ ਸਟੇਟਮੈਂਟ ਤੁਸੀਂ ਪਹਿਲਾਂ ਵੀ ਦੇ ਦਿੱਤੀ ਹੈ ਸਰ, ਕੁਝ ਹੋਰ ਐਡ ਕਰਨਾ ਉਹ ਵੀ ਕਰ ਦਿਓ। ਇਹਦੇ ਇਲਾਵਾ ਜਿਹੜੀ ਤੁਸੀਂ ਗੱਲਬਾਤ ਪਹਿਲਾਂ ਕਰ ਰਹੇ ਸੀ ਮੈਂ ਉਹਦੇ 'ਚ ਇੱਕ ਛੋਟੀ ਜਿਹੀ ਚੀਜ਼ ਹੋਰ ਜੋੜ ਦਿੰਦਾ ਸਰ। ਸੋ ਤੁਹਾਡਾ ਡਿਟੇਲ ਆਨਸਰ ਜਿਹੜਾ ਉਹ ਚਾਹਾਂਗਾ ਸਰ। 1 in 5 properties across much of Canada are owned by investor। ਸੋ ਸਰ ਜਿਹੜੀ ਚੀਜ਼ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਉਹਦੇ ਵਿੱਚ ਇਹ ਵੀ ਇੱਕ ਫੈਕਟਰ ਹੈਗਾ ਜੀ। ਪੀਕੇ ਜੀ। जी हाँ बिल्कुल जी। मैं उस तो पहले एक चीज और बड़ी इंपॉर्टेंट शेयर करना चाहना कि क्या रिसेशन आ रहा है कनाडा के अंदर। यस, मैन्यूलाइफ ਨੂੰ ਮੈਂ ਪੜ੍ਹ ਰਿਹਾ ਸੀਗਾ, ਇਨਵੈਸਟਮੈਂਟ ਮੈਨੇਜਮੈਂਟ ਗਲੋਬਲ ਚੀਫ ਜਿਹੜੇ ਉਹ ਕਹਿ ਰਹੇ ਨੇ ਕਿ ਯੈਸ Canada economy is expected to enter a painful recession as early as the third quarter of this year। third quarter ਤੱਕ CIBC ਦੇ ਤਾਲ ਸਾਹਿਬ ਨਾਲ ਜਿਸ ਤਰ੍ਹਾਂ ਗੱਲ ਹੁੰਦੀ ਰਹਿੰਦੀ ਹੈ, ਮੈਂ ਮਿਲਦਾ ਰਹਿਣਾ। ਆਈ ਐਮ ਸੋ ਫੋਰਚੂਨੇਟ, ਉਹਨਾਂ ਦੀ ਮੈਂ ਕਈ ਵਾਰ ਗੱਲ ਕਰਨਾ ਤੇ ਹੀ ਸੋ ਹੈਲਪਫੁਲ। ਉਹਨਾਂ ਦਾ ਕਹਿਣਾ ਹੈਗਾ ਕਿ if you give Bank of Canada a choice, recession versus inflation, they will go with the recession any day। ਉਹ ਰਿਸੈਸ਼ਨ ਚ ਆਣਗੇ ਕਿਉਂਕਿ ਆਪਣਾ ਪਲੜਾ ਝਾੜ ਦੇਣਗੇ ਨਾ ਜੀ। ਉਹਨਾਂ ਦੀ ਸਿਰਦਰਦੀ ਖਤਮ ਹੋ ਗਈ, ਇਨਫਲੇਸ਼ਨ ਨੂੰ ਕਹਿੰਦੇ ਆ ਰਿਸੈਸ਼ਨ ਆ ਗਿਆ, ਅਗਲਾ ਤਾਂ ਆਪਣੇ ਆਪ ਹੀ ਸਭ ਕੁਝ ਸੈਟਲ ਹੋ ਜਾਣਾ। ਉਹ ਅਲੱਗ ਗੱਲ ਹੈ, ਉਹਦੇ ਕੌਨਸੀਕੁਐਂਸਿਸ ਬੁਰੇ ਬਹੁਤ ਜ਼ਿਆਦਾ ਨੇ, ਅਲੱਗ ਨੇ। ਪਰ ਇੱਕ ਜ਼ਿੰਮੇਵਾਰੀ ਤੋਂ ਹਟਣ ਵਾਲੀ ਗੱਲ ਹੈਗੀ ਤੇ ਉਹ ਕਹਿ ਰਹੇ ਨੇ ਕਿ ਦੇ ਵੁੱਡ ਡੈਫੀਨਿਟਲੀ ਗੋ ਫਾਰ ਰਿਸੈਸ਼ਨ ਐਨੀ ਡੇ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਈ ਇਹ ਲੱਗਦਾ ਹੈ ਜਿਸ ਹਿਸਾਬ ਨਾਲ ਹਾਲਾਤ ਚੱਲ ਰਹੇ ਨੇ, ਉਹ ਜਿਸ ਹਿਸਾਬ ਨਾਲ ਉਹਨਾਂ ਦੀ ਸਟੇਟਮੈਂਟ ਆਈ ਸੀ ਮੈਕਨਨ ਸਾਹਿਬ ਦੀ ਕਿ ਜੁਲਾਈ ਸ਼ਾਇਦ ਉਹ ਪੌਜ਼ ਕਰ ਲੈਣਗੇ ਔਰ ਅਨਦਰ ਹਾਈਕ ਸੈਪਟੰਬਰ ਵਿੱਚ ਆਏਗਾ। ਇੱਕ ਗੱਲ ਮੈਂ ਇਹਦੇ ਅੰਦਰ ਥੋੜਾ ਜਿਹਾ ਮੋਗਾ ਸਾਹਿਬ ਦਾ ਵੀ ਇਨਪੁਟ ਚਾਹਾਂਗਾ। ਜਿਹੜਾ ਉਹ ਇਨਫਲੇਸ਼ਨ ਦਾ ਫਿਗਰ ਆਈ ਹੈ US ਤੋਂ, ਕੱਲ ਆਈ ਸੀ ਮੇਰੇ ਖਿਆਲ, ਰਾਈਟ ਸਰ? ਉਹ ਥੱਲੇ ਆਇਆ ਹੈ 4% ਤੱਕ। ਕਿਆ ਉਹਦਾ ਅਸਰ ਕੈਨੇਡਾ ਦੇ ਉੱਤੇ ਹੋਏਗਾ? नहीं होएगा, बिल्कुल होएगा। लॉन्गर टर्म से जाएगा पीके जी, एकदम शॉर्ट टर्म से नहीं जाएगा क्योंकि अगर ਉੱਥੇ ਚੀਜ਼ਾਂ ਸਸਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਜਿਹੜੀਆਂ ਵੀ ਚੀਜ਼ਾਂ ਅਸੀਂ ਉਹਨਾਂ ਤੋਂ ਲੈ ਰਹੇ ਉਹ ਚੀਜ਼ਾਂ ਸਾਨੂੰ ਸਸਤੀਆਂ ਮਿਲਣਗੀਆਂ। ਸੋ ਬੇਸਿਕਲੀ ਫਰਕ ਤਾਂ ਪੈਣਾ ਹੀ ਪੈਣਾ, ਲੇਕਿਨ ਥੋੜਾ ਜਿਹਾ ਕਿਉਂਕਿ ਜਿਹੜੇ ਆਰਡਰ ਪਲੇਸ ਹੁੰਦੇ ਨੇ ਉਹ 3-3 4-4 ਮਹੀਨੇ ਪਹਿਲਾਂ ਦੇ ਆਰਡਰ ਹੋਏ ਹੁੰਦੇ ਨੇ। ਰੇਟ ਜਿਹੜੇ ਨੇ ਉਹ ਅੱਜ ਜਿਹੜਾ ਸਮਾਨ ਆਉਂਦਾ ਪਿਆ ਉਹਦੇ ਰੇਟ ਉਹਨਾਂ ਨੇ ਮੇਰੇ ਖਿਆਲ ਜਨਵਰੀ ਜਾਂ ਫਰਵਰੀ ਫਿਕਸ ਹੋ ਗਏ ਸੀ, ਉਹਨਾਂ ਦੇ ਆਰਡਰ ਹੋ ਗਏ ਬਣ ਕੇ ਜਿਹੜਾ ਆ ਰਿਹਾ ਜੋ ਵੀ ਉੱਥੋਂ ਆ ਰਿਹਾ। ਸੋ ਆਏਗਾ ਇਫੈਕਟ, ਲੇਕਿਨ ਥੋੜਾ ਸਲੋ ਆਏਗਾ। ਲੇਕਿਨ ਯੈਸ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਪ੍ਰੋਬਲਮ ਪਤਾ ਕੀ ਹੈ ਪੀਕੇ ਜੀ, ਇੱਕ ਹੋਰ ਮੇਰੇ ਖਿਆਲ ਸਾਹਿਬ ਦਾ ਹੱਥ ਜਾੜਨ ਦੀ ਬਜਾਏ ਮੇਰੇ ਖਿਆਲ ਉਹ ਇਹ ਵੀ ਚਾਹ ਰਹੇ ਨੇ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਬੈਂਕ ਆਫ ਕੈਨੇਡਾ ਰਿਸੈਸ਼ਨ ਚ ਜਾਣਾ ਇਸ ਵਾਸਤੇ ਚਾਹ ਰਿਹਾ ਕਿਉਂਕਿ ਸਰਕਾਰਾਂ ਕੁਝ ਨਹੀਂ ਕਰਦੀਆਂ। ਫਿਜ਼ੀਕਲ ਜਿਹੜੀ ਚਾਹੀਦੀ ਸੀਗੀ ਟਾਈਟਨਿੰਗ, ਉਹ ਫਿਸਕਲ ਟਾਈਟਨਿੰਗ ਨਹੀਂ ਹੋਈ ਹੈ ਪੋਲੀਟੀਕਲ ਪਾਰਟੀਆਂ ਤਰਫੋਂ। ਨਾ ਤਾਂ ਸਾਡੇ ਪ੍ਰਾਈਮ ਮਿਨਿਸਟਰ ਨੇ ਕੁਛ ਅਜਿਹਾ ਕੀਤਾ, ਨਾ ਹੀ ਸਾਡੇ ਪ੍ਰੀਮੀਅਰ ਨੇ ਜਾਂ ਬਾਕੀ ਵੀ ਪ੍ਰੀਮੀਅਰ ਹੋਰ ਵੀ ਜਿੰਨੇ ਵੀ ਸਾਡੇ ਪ੍ਰੋਵਿੰਸ ਨੇ, ਇਹ ਸਾਰਿਆਂ ਨੂੰ ਮਿਲ ਕੇ ਕਰਨਾ ਪਏਗਾ ਕਿ ਇਹ ਜਿਹੀਆਂ ਪਾਲਿਸੀਆਂ ਆਉਣ ਕਿ ਸਾਰਾ ਪੈਸਾ ਰੋਕ ਦੇਣ। ਜਿਹੜੀ ਫੰਡਿੰਗ ਹੈ, ਜਿਹੜੀ ਵੀ ਫੰਡਿੰਗ ਉਹ ਰੋਕ ਸਕਦੇ ਨੇ, ਉਹ ਫੰਡਿੰਗ ਨੂੰ ਰੋਕ ਦੇਣ ਤਾਂ ਜਾ ਕੇ ਪੈਸਾ ਹੱਥ ਚੋਂ ਨਿਕਲੇਗਾ। ਲੇਕਿਨ ਉਹਨਾਂ ਨੇ ਕੁਛ ਨਹੀਂ ਕੀਤਾ ਔਰ ਬੈਂਕ ਆਫ ਕੈਨੇਡਾ ਨੂੰ ਵਿਚਾਰੇ ਨੂੰ ਇੰਟਰਸਟ ਰੇਟ ਵਧਾ ਕੇ ਲੋਕਾਂ ਨੂੰ ਪੀਸਣਾ ਪੈ ਰਿਹਾ। ਮੈਂ ਕਹਾਂਗਾ ਚੱਕੀ ਚ ਪਿਸਦਾ ਪਿਆ। ਸੋ ਇਸ ਤੋਂ ਚੰਗਾ ਤਾਂ ਰਿਸੈਸ਼ਨ ਹੀ ਆ ਜਾਵੇ।
तो स्टोरी खत्म हो जाए। सर मैं थोड़ी इस गल तो मैं याद है गुरदीप जी ने पिछले शो पूछा जी क्वेश्चन की बिल्डर्स ਦਾ प्रॉफिट वगैरह ਵਧ ਗਿਆ इज इट फैक्ट नो सर ਇਸ ਤਰ੍ਹਾਂ ਨਹੀਂ ਹੈਗਾ ਬਿਲਡਰਸ ਵੀ ਪਰੇਸ਼ਾਨ ਨੇ ਇਹ ਜਿਹੜਾ ਹੈ ਨਾ ਜੇ ਤੁਸੀਂ ਕਹਿ ਰਹੇ ਹੋ ਕਿ ਟਾਈਟਨਿੰਗ ਵਾਲੀ ਗੱਲ ਉਹ ਉਹਦੇ ਅੰਦਰ ਇਹਨਾਂ ਨੂੰ ਅਪਰੂਵਲ ਪਰਮਿਟਸ ਜਿਹੜੇ ਪਹਿਲੇ ਮੈਨੂੰ ਯਾਦ ਹੈ ਦੇਖਿਆ ਹੈ ਇਹ ਸਾਰੀ ਗੱਲਾਂ 1 ਮਹੀਨੇ ਤੋਂ ਲੈ ਕੇ 3 ਮਹੀਨੇ ਦੇ ਅੰਦਰ ਹੋ ਜਾਂਦੀਆਂ ਸੀ ਕੰਪਲੀਟ ਅੱਜ ਲੱਗਦਾ ਹੈ 1.5 ਸਾਲ ਤੇ ਉਹਦੇ ਅੰਦਰ ਬਿਲਡਰ ਦਾ ਪ੍ਰੋਜੈਕਟ ਹੀ ਵਾਇਬਲ ਨਹੀਂ ਰਹਿੰਦਾ ਔਰ ਕਈ ਵਾਰ ਉਹਨਾਂ ਨੂੰ ਪਹਿਲੇ ਹੀ ਪ੍ਰਾਈਸ ਵਧਾ ਦੇਣੇ ਪੈਂਦੇ ਨੇ ਉਹ ਇਸ ਤਰ੍ਹਾਂ ਸਾਈਕਲ ਬਣ ਜਾਂਦਾ ਵਿਸ਼ੇ ਸਰਕਲ ਮੈਂ ਕਹਾਂਗਾ ਕਿ ਉਹਨਾਂ ਨੇ ਪ੍ਰਾਈਸ ਵਧਾਤਾ ਕਿਉਂਕਿ ਉਹਨਾਂ ਨੂੰ ਪਤਾ ਹੀ 1.5 ਸਾਲ ਲੱਗ ਜਾਏਗਾ ਕਿਉਂਕਿ ਪ੍ਰਾਈਸ ਵਧ ਗਿਆ ਉਹ ਲੈਵਲ ਬਣ ਜਾਂਦਾ ਹੈ ਉਹ ਫਿਰ ਉਸ ਤੋਂ ਬਾਅਦ ਅਗਲਾ ਚੱਲ ਜਾਂਦਾ ਉਹ ਆਟੋਮੈਟਿਕਲੀ ਇੱਕ ਗਲਤ ਤਰੀਕੇ ਨਾਲ ਪ੍ਰਾਈਸ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਅਗਰ ਬਿਲਡਰ ਇੰਨੇ ਪ੍ਰੋਫਿਟ ਜਾ ਰਹੇ ਹੁੰਦੇ ਤੇ ਸਰ ਇੰਨੇ ਸਾਰੇ ਬੈਂਕਰਪਟ ਨਾ ਹੁੰਦੇ ਪਿਛਲੇ ਸਾਲ ਤੁਸੀਂ ਦੇਖੋ ਕੀ ਹੋਇਆ ਕਈ ਬੰਦ ਹੋ ਗਏ ਯੈਸ ਦੇ ਵਰ ਵੀਕ ਲੇਕਿਨ ਜਿਹੜੇ ਸਟਰੋਂਗ ਨੇ ਉਹ ਫਿਰ ਆਪਣੇ ਜਿਹਨੂੰ ਕਹਿੰਦੇ ਨੇ ਸਪੋਜ਼ ਕਰੋ ਕੁਝ ਬਿਲਡਰ ਨੇ ਮੈਂ ਚਲੋ ਨਾਂ ਨਹੀਂ ਲੈਣ ਦੇ ਉਹ ਤਾਂ ਨਾ ਆਂਦਿਆਂ ਤੇ ਰੁਕ ਗਿਆ ਤੇ ਉਹ ਸਟਰੋਂਗ ਨੇ ਉਹ ਚੱਲ ਜਾਂਦੇ ਨੇ ਬਿਜ਼ਨਸ ਦੇ ਅੰਦਰ ਹਰ ਕਿਸਮ ਦੇ ਆਈ ਥਿੰਕ ਬਿਜ਼ਨਸ ਸਾਈਕਲ ਦੇ ਅੰਦਰ ਸਟਰੋਂਗ ਜਿਹੜਾ ਹੈਗਾ ਉਹ ਚੱਲ ਪੈਂਦਾ ਹੈਗਾ ਸਰਵਾਈਵਲ ਆਫ ਦਾ ਫਿਟੈਸਟ ਕਮਜ਼ੋਰ ਮੈਂ ਹੁਣੇ ਕਿਸੇ ਜਾਣ ਪਛਾਣ ਵਾਲੇ ਨਾਲ ਗੱਲ ਕਰ ਰਿਹਾ ਸੀਗਾ ਉਹ 10% 12% 14% ਦੇ ਉੱਤੇ ਵਿਆਜ ਦੇ ਪੈਸਾ ਲੈ ਰਿਹਾ ਹੈ ਬਾਰ-ਬਾਰ ਤੇ ਇੱਕ ਵਾਰ ਉਹਨੇ ਹੋਰ ਮੰਗਿਆ ਮੇਰੇ ਥਰੂ ਕਿ ਵੀ 2 ਲੱਖ ਹੋਰ ਦੇ ਦਿਓ ਮੈਂ ਕਿਹਾ ਵੀ ਮੈਂ ਅਗਰ ਤੈਨੂੰ ਬੈਂਕਰਪਟ ਕਰਾਣਾ ਹੈ ਤੇ ਮੈਂ ਤੈਨੂੰ ਹੋਰ ਦੇ ਦੇਣਾ ਕਿਉਂਕਿ ਤੂੰ ਬੈਂਕਰਪਟ ਹੋ ਜਾਏਗਾ ਤੇਰਾ ਇਹ ਵਿਆਜ ਤੈਨੂੰ ਜੀਣ ਨਹੀਂ ਦੇਗਾ ਜਿੰਨਾ ਮਰਜ਼ੀ ਹੋ ਜਾਏ ਇਹ ਤੈਨੂੰ ਜੀਣ ਨਹੀਂ ਦੇਗਾ ਇੰਨਾ ਮਹਿੰਗਾ ਪੈਸਾ ਇਸੇ ਪ੍ਰਕਾਰ ਹੈ ਬਿਲਡਰਾਂ ਦੇ ਨਾਲ ਵੀ ਹੈਗਾ ਸਰ ਜਿਹੜੇ ਕਮਜ਼ੋਰ ਨੇ ਵੀਕ ਨੇ ਜਾਂ ਮਾਰਕੀਟ ਦੇ ਸਾਹਮਣੇ ਚੱਲ ਰਹੇ ਨੇ ਉਹ ਕਈ ਬੰਦ ਹੋਣੇ ਸ਼ੁਰੂ ਹੋ ਗਏ ਬਿਕਾਜ਼ ਆਫ ਇੰਟਰਸਟ ਰੇਟ ਸਿਰਫ ਰੈਜ਼ੀਡੈਂਸ਼ੀਅਲ ਦਾ ਸਾਰਾ ਤਾਂ ਨਾ ਵਧਿਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਵਧ ਗਿਆ ਕਿਉਂਕਿ ਉਹਨਾਂ ਦੀ ਸਖਤੀ ਜ਼ਿਆਦਾ ਆ ਗਈ ਹੈ ਸਿਰਫ ਇਹ ਰੈਡ ਟੇਪ ਜਿਹੜੀ ਗੱਲ ਕਰ ਰਹੇ ਸੀ ਮੋਂਗਾ ਸਾਹਿਬ ਅਗਰ ਇਹਨੂੰ ਵੀ ਠੀਕ ਕਰ ਦੇਣ ਔਰ ਇਹ ਜਿਸ ਤਰ੍ਹਾਂ ਪਹਿਲੇ ਹੁੰਦਾ ਸੀਗਾ ਟੋਟਲ ਖਰਚਾ ਇਹਨਾਂ ਦਾ 20-25,000 ਹੁੰਦਾ ਸੀਗਾ ਟੋਟਲ ਪ੍ਰੋਸੈਸ ਜਿਹੜਾ ਹੁੰਦਾ ਸੀਗਾ ਚਲੋ ਇਨਫਲੇਸ਼ਨ ਆ ਗਈ 40,000 ਕਰ ਦਿਓ 1,65,000 ਤੁਹਾਡੀ ਸਿਰਫ ਫੀਸ ਚਲੀ ਜਾਂਦੀ ਹੈ ਸਰ ਇੱਕ ਘਰ ਵਾਸਤੇ ਮਿਊਨਿਸਪੈਲਿਟੀਜ਼ ਨੂੰ ਔਰ ਬਾਕੀ ਜਗ੍ਹਾ ਕੋਈ ਮਜ਼ਾਕ ਹੈ 25% 26% ਤੇ ਸਾਰੀ ਫੀਸ ਹੀ ਚਲੀ ਗਈ ਔਰ ਉਹ ਕਿਉਂ ਚਲੇਗੀ ਉਹਦਾ ਕਾਰਨ ਹੈ ਕਿਉਂਕਿ ਸਰਕਾਰਾਂ 1.5 ਸਾਲ ਤੱਕ ਤਾਂ ਪਰਮਿਟ ਨਹੀਂ ਦਿੰਦੀਆਂ ਤੇ ਉਹ ਆਪਣੇ ਸੈਲਰੀਆਂ ਦੇ ਪੈਸੇ ਲਿੱਤੇ ਜਾ ਰਹੇ ਨੇ ਆਈਓ ਅਗਰ ਪਰਮਿਟ ਵਗੈਰਾ ਸਾਰੀ ਚੀਜ਼ਾਂ ਪਹਿਲੇ ਵਾਕਣ 1.5 2 3 ਮਹੀਨੇ ਦੇ ਅੰਦਰ ਹੋ ਜਾਣ ਤੇ ਖਰਚਾ ਉਹਨਾਂ ਨੂੰ ਵੀ ਨੁਕਸਾਨ ਨਹੀਂ ਹੋਏਗਾ ਔਰ ਬਿਲਡਰਾਂ ਨੂੰ ਵੀ ਨੁਕਸਾਨ ਨਹੀਂ ਹੋਏਗਾ ਜੀ ਇੱਕ ਹੋਰ ਪ੍ਰੀਤੀ ਜੀ ਮੈਂ ਥੋੜਾ ਜਿਹਾ ਟੌਪਿਕ ਹੀ ਅਲੱਗ ਲੈ ਕੇ ਜਾ ਰਿਹਾ ਮੈਂ ਗੁਰਦੀਪ ਜੀ ਨੇ ਨਾ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਨਾਇਗਰਾ ਫਾਲ ਤੇ ਉਸ ਸਾਈਡ ਚਲੇ ਜਾਓ ਤਾਂ ਘਰ ਸਸਤਾ ਹੈ ਤੇ ਇਸ ਸਾਈਡ ਚਲੇ ਜਾਓ ਗੁਰਦੀਪ ਜੀ ਤੁਸੀਂ ਗੱਲ ਕੀਤੀ ਸੀ ਰਾਈਟ ਪਹਿਲਾਂ ਤਾਂ ਮੈਂ ਜਸਟਿਨ ਟਰੂਡੋ ਦੇ ਪਿੱਛੇ ਪਿਆ ਹੋਇਆ ਸੀਗਾ ਹੁਣੇ ਤੱਕ ਕਿ ਖਰਚਾ ਜ਼ਿਆਦਾ ਕਰ ਰਿਹਾ ਬੈਂਕ ਆਫ ਕੈਨੇਡਾ ਡਰਟੀ ਵਰਕ ਕਰ ਰਿਹਾ ਹੈ ਜਸਟਿਨ ਟਰੂਡੋ ਸਾਹਿਬ ਨੂੰ ਕੁਝ ਕਰਨਾ ਚਾਹੀਦਾ ਹੈ ਜਾਂ ਕਿਸੇ ਨੂੰ ਹੁਣ ਮੈਂ ਇੱਕ ਪਾਰਟੀ ਨੂੰ ਪਹਿਲਾਂ ਮੈਂ ਨਾਰਾਜ਼ ਕਰ ਲਿੱਤਾ ਹੁਣ ਦੂਜੀ ਪਾਰਟੀ ਨੂੰ ਨਾਰਾਜ਼ ਕਰਨ ਲੱਗਿਆ ਮੈਂ ਪੋਲੀਵਰ ਸਾਹਿਬ ਦੇ ਦੇਖੋ ਇਹ ਕਿੰਨਾ ਪੋਲੀਟੀਕਲ ਚੀਜ਼ ਹੈ ਪੀਕੇ ਜੀ ਆਪਾਂ ਅਗਰ ਅੱਜ ਨਾਇਗਰਾ ਫਾਲ ਜਾਈਏ ਇਸ ਸਾਈਡ ਤੇ ਆਪਣੇ ਸਾਈਡ ਤੇ ਭੀੜ ਹੈ ਟੂਰਿਸਟ ਹੈ ਹੋਟਲ ਨੇ ਪਤਾ ਨਹੀਂ ਕਿੰਨਾ ਭਰਿਆ ਪਿਆ ਤੁਸੀਂ ਦੂਜੇ ਸਾਈਡ ਕ੍ਰੋਸ ਕਰ ਜਾਓ ਉੱਥੇ ਕੁਝ ਹੈ ਹੀ ਨਹੀਂ ਬਿਜ਼ਨਸ ਹੀ ਨਹੀਂ ਹੈਗਾ ਡੈਜ਼ਰਟਡ ਪਲੇਸ ਹੈ ਔਰ ਇੱਕ ਵਿਲੇਜ ਹੈਗਾ ਉਧਰਲੇ ਪਾਸੇ ਤੁਸੀਂ ਕੰਪੇਅਰ ਕਰ ਰਹੇ ਹੋ ਟੋਰਾਂਟੋ GTA ਏਰੀਆ ਦੇ ਘਰਾਂ ਨੂੰ ਇੱਕ ਵਿਲੇਜ ਨਾਲ ਜਿੱਥੇ ਕੋਈ ਬਿਜ਼ਨਸ ਹੀ ਨਹੀਂ ਹੈਗਾ ਤੁਸੀਂ ਨਿਊਯਾਰਕ ਨਾਲ ਬਰੁਕਲਿਨ ਨਾਲ ਕੰਪੇਅਰ ਕਰਕੇ ਵੇਖੋ ਨਾ ਟੋਰਾਂਟੋ ਨੂੰ ਉੱਥੇ ਪ੍ਰਾਈਸ ਕਿੰਨੇ ਨੇ ਸੋ ਬੇਸਿਕਲੀ ਜਦੋਂ ਪੋਲੀਟੀਕਲ ਚੀਜ਼ਾਂ ਆਉਂਦੀਆਂ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਬੜੀਆਂ ਵੱਡੀਆਂ ਬਣ ਜਾਂਦੀਆਂ ਨੇ ਜੀ ਉਸ ਸਾਈਡ ਤੇ ਦੇਖੋ ਮਕਾਨ 4 ਲੱਖ ਦਾ ਮਿਲਦਾ ਹੈ ਇੱਥੇ ਮਿਲੀਅਨ ਦਾ ਮਿਲਦਾ ਹੈ ਉਹ 4 ਲੱਖ ਦਾ ਇਸ ਵਾਸਤੇ ਮਿਲਦਾ ਹੈ ਉੱਥੇ ਵਿਚਾਰੇ ਕੋਲ ਕੰਮ ਹੀ ਨਹੀਂ ਹੈਗਾ ਕਰਨ ਵਾਸਤੇ ਉੱਥੇ ਲੋਕ ਹੀ ਨਹੀਂ ਹੈਗੇ ਉਸ ਪਾਸੇ ਉਹ ਛੋਟਾ ਜਿਹਾ ਕਸਬਾ ਹੈ ਉੱਥੇ ਕਿੰਨੇ ਕੁ ਲੋਕ ਹੈਗੇ ਨੇ ਸੋ ਉੱਥੇ ਤਾਂ ਕੋਈ ਟੂਰਿਸਟ ਅਟਰੈਕਸ਼ਨ ਵੀ ਨਹੀਂ ਹੈਗੀ ਉਧਰੋਂ ਲੋਕ ਇਸ ਪਾਸੇ ਆਉਂਦੇ ਨੇ ਨਾਇਗਰਾ ਫਾਲ ਵੇਖਣ ਵਾਸਤੇ ਉਹ ਜਿਹੜੇ ਉਧਰ ਰਹਿੰਦੇ ਨੇ ਉਹ ਵਿਚਾਰੇ ਉੱਥੇ ਰਹਿੰਦੇ ਨੇ ਕਿਉਂਕਿ ਸਸਤਾ ਮਿਲ ਜਾਂਦਾ ਲੇਕਿਨ ਸਾਰਾ ਦਿਨ ਤਾਂ ਇਸ ਪਾਸੇ ਰਹਿੰਦੇ ਨੇ ਸਾਰਾ ਦਿਨ ਹੋਟਲਾਂ 'ਚ ਇੱਥੇ ਖਰਚਾ ਕਰਦੇ ਨੇ ਖਾਣਾ ਇੱਥੇ ਖਾਂਦੇ ਨੇ ਨਾਇਗਰਾ 'ਚ ਆ ਕੇ ਓਨਟਾਰੀਓ ਸਾਈਡ ਤੇ ਆ ਕੇ ਟੂਰਿਸਟ ਦਾ ਖਰਚਾ ਸਾਰਾ ਇੱਥੇ ਹੋ ਰਿਹਾ ਲੇਕਿਨ ਅਸੀਂ ਕੰਪੇਅਰ ਉਹ ਕਰ ਰਹੇ ਹਾਂ ਸੋ ਬੇਸਿਕਲੀ ਅਸੀਂ ਐਪਲ ਟੂ ਐਪਲ ਕੰਪੇਅਰ ਕਰੀਏ ਚੀਜ਼ਾਂ ਤਾਂ ਜ਼ਿਆਦਾ ਵਧੀਆ ਨੇ ਸੋ ਮੈਂ ਇਹ ਕਹਿਣਾ ਚਾਹ ਰਿਹਾ ਦੋਨੋਂ ਪਾਰਟੀਆਂ ਨੂੰ ਨਾਰਾਜ਼ ਕਰ ਲਿੱਤਾ ਠੀਕ ਹੈ ਪੰਕਜ ਜੀ ਕੁਝ ਕਾਲਰ ਵੀ ਨੇ ਸਾਡੇ ਨਾਲ ਜੇ ਇਜਾਜ਼ਤ ਦਿਓ ਤੇ ਕਾਲ ਵੀ ਲੈ ਲਈਏ जी नेक्स्ट कॉल जी कौन सा बोल रहे सर गुरदीप जी सत श्री अकाल जी पंकज जी सत श्री अकाल नमस्कार जी जी सत श्री अकाल पहले तो बड़ी तारीफ करना है कि मेरी बेटी ना एक इकोनॉमिक्स मैनेजमेंट फाइनेंस करती है गल्फ यूनिवर्सिटी में उसका कोई एग्जाम था इसी इकोनॉमिक्स फाइनेंस में तो नहीं मैंने उससे पूछा कि पेपर कैसा था क्या तो उसने मुझे ना कुछ क्वेश्चंस पूछे उससे और मैंने ना उसके सारे जवाब मल्टीपल चॉइस क्वेश्चन थे 4-5 वो मैंने ना उसके सब सही बता दिए ना आंसर्स तो बोलती है डैड हाउ डू यू नो दैट मैं बोला कि मैं तो वो शो सुनता हूँ मैं सवाल पूछता हूँ पंकज मुंगा जी से तो उसकी आंखों में खुशी के आंसू थे बस ये कॉम्प्लीमेंट्स पहले तो करना चाहता हूँ मैं वेरी गुड थैंक यू मैंने तो बोला कि मैं कुछ पढ़ता हूँ और सवाल पूछता हूँ मैं वहीं से सीख जाता हूँ इवन मैं कुडंट बिलीव इट लाइक मैंने तो सारे क्वेश्चन मल्टीपल चॉइस उसने मुझे 4-5 दिए मैंने सारे जवाब सही दे दिए एनीवे
अब पॉइंट पे आते हैं कि आज जो आपने बड़ा अच्छा था किया आज की वो बड़ी तारीफ की सरकार की, जो कि मैं बड़े दिनों से कर रहा हूँ, राइट। ये तो पूरा इनकी नाकामी है। अच्छा मुंगा साहब, ये जो आपने टिफ मैकलन साहब, इनको किसने हायर किया? इनको नौकरी पे किसने रखा होगा? कितने साल हो गए डिपेंड करेगा ये कितने साल से बैठे हुए हैं। हाँ जी, हायर कर लिया, उसी हिसाब से हायर किया जाता होगा, क्योंकि हायर तो फेडरल सरकार ही करती है। हाँ जी, लेकिन ये है कब से उस हिसाब से देखा जाएगा, कब से बैठे हुए हैं। चलो ठीक है, कई बार बंदे का पता नहीं चलता ना कि हाँ कैसा है, तो उसके बाद अगर आप होते तो आपका पावर इनको फायर कर देते क्या, जैसा इनका बिल्कुल नहीं करता चल रहा है? He is doing a fantastic job. He is doing a hell of a fantastic job. It's like बहुत कम लोग मिलते हैं जिस तरह से वो डील कर रहे हैं। जो चीज चाहिए आज की डेट में वो बंदा वो कर रहा है। ओके, अच्छा ठीक है। अब ये बताइए कि अगर मान लो कि ये जो हम कोर इन्फ्लेशन देखते हैं, राइट, उसके हिसाब से इंटरेस्ट बढ़ता है ना, तो वो दोनों के हिसाब से सारी चीजें देखी जाती, एक चीज नहीं देखी जाती। कोर इन्फ्लेशन इज अ गेज बेसिकली जो ये देखा जाता है, लेकिन ऐसा नहीं है। मैं अभी थोड़ी देर पहले बात कर रहा था, उन्होंने हाउसिंग को भी देखा जब इंटरेस्ट रेट रोका उन्होंने कि हाउसिंग कहीं कोलैप्स ना हो जाए, हमारी इकोनॉमी कोलैप्स ना हो जाए। तो हम एक चीज को देख के नहीं करते हैं, इसमें हजारों मतलब हर तरह की चीज देखी जाती है। तो अगर हाउसिंग को ही कंट्रोल कर लिया जाए तो कुछ लाइफ कम नहीं इजी नहीं हो जाएगी? डिपेंड करता है, क्योंकि अगर घर के दाम कम हो जाएंगे तो मजदूरी भी कम हो जाएगी, किराया भी कम हो जाएगा। आज की रेट बिल्कुल सही है, बिल्कुल सही कह रहे हैं आप। लेकिन घर के दाम, लेट्स से कि आज आपने $1 मिलियन का घर खरीदा है, उसको उठा के इतना गिरा दिया जाए कि वो 5 लाख का रह जाए। आप सोचो कितने लोग रिन्यूअल पे बैंकरप्ट होंगे। वैसे ही सब कुछ खत्म हो जाएगा जी, सब वो तो मेरे हिसाब से मकानों की कीमत बढ़नी अगर रुक जाए 1 साल, आपकी बहुत बड़ी अचीवमेंट है। ये रुक जाए, बढ़ना रुक जाए तो बहुत बड़ी अचीवमेंट है सर, वो गिरने के बराबर ही है। अगर नीचे भी जानी है तो 10-15%, 20% इस रेंज में नीचे चली जाए और उसके बाद कुछ टाइम के लिए रुक जाए, सप्लाई इतनी हो जाए या कुछ ऐसी सिचुएशन आ जाए कि हम, लेकिन अगर हम इसको 50% नीचे गिरा देंगे तो हम तो पूरी तरह इकोनॉमी रिसेशन में है, पूरी तरह। अच्छा मोगा साहब, एक चीज और है, अगर मान लो ये जनवरी को नहीं रुकते, अगर है ना, अगर वो तब भी बढ़ा देते तो जैसे अभी 1 बढ़ाते थे, तो जैसे अभी लग रहा है 2 बढ़ाने पड़ेंगे, तो अगर 1 बढ़ाते थे तो कुछ रुक नहीं जाना था काम। एक्चुअली क्या होता है, अगर उस वक्त बढ़ा देते तो हमारी हाउसिंग कोलैप्स पे खड़ी थी सर, याद है 20-25% नीचे आ गई थी। ओके, अच्छा तो अब आप ये सोचिए कि अब आप खुद मान रहे हैं कि 1 बढ़ा लेते तो कोलैप्स हो सकती थी। अब तो अगर रुकते नहीं तो हाँ, रुकते नहीं, वही है तो बढ़ जाता ना, इंटरेस्ट रेट बढ़ जाता ना। तो वो आप कह रहे हैं कि थोड़ा सा हमारी इकोनॉमी के लिए खराब हो रहा था। वेरी गुड। तो अब तो ये सोचिए कि अब तो 2 बढ़ाने का नौबत आ रही है। बिल्कुल, क्योंकि उसमें स्ट्रेंथ है, वो ये दिख रहा है हमें। ओके। और हमारी जीडीपी ग्रोथ भी है, वो भी स्ट्रॉन्ग आई है, इन्फ्लेशन भी स्ट्रॉन्ग आई है, मतलब लोग पैसा खर्च रहे हैं। जीडीपी का मतलब है ग्रोथ है, बिजनेसेस जब कमा रहे हैं। सो हमने वो सारी रिपोर्ट्स देख ली। अब हमें ये लग रहा है कि अब हम और बढ़ा सकते हैं, बॉडी में स्ट्रेंथ आ चुकी है वापस। लेकिन उस वक्त हमने उसको बिल्कुल ही पीस दिया था, नीचे गिरा दिया था। सो हमें डर लग रहा था उस सिचुएशन में कि अगर हम और बढ़ाएं तो कहीं हम उसको ओवरशूट ना कर दें चीज। लेकिन तो अब जो रिपोर्ट आ रही है उसके साथ एक ऐसी चीज होती है सर कि आप एक डॉक्टर के पास भी जाते हैं ना जब किसी दवाई के लिए, तो डॉक्टर को ये 50% कंफर्म होता है कि ये ठीक हो जाएगा बंदा, 100% नहीं होता है, क्योंकि हम एक दवाई दे के देखते हैं। हम एक मेडिसिन है इकोनॉमी के लिए, हम उसको दे के देख रहे हैं कि कितना और चाहिए, पेन खत्म हुआ कि नहीं हुआ, अच्छा नहीं हुआ, अच्छा थोड़ा सा और दे देते हैं, रुकते हैं, अभी देखते हैं इस बंदे को क्या हुआ है, इस इकोनॉमी को क्या हुआ है। सो हम धीरे धीरे, ऐसा तो कोई भगवान तो है ही नहीं सर। आज कोई गुरु नानक जी नीचे उतर के नहीं आ गए अभी ये सही है, ऐसे ही होना है, ये एम ही होगा जी, ये मैं कहता, कहानी खत्म होगी। आप भगवान राम को नीचे लेके नहीं आ गए, आप जीसस को लेके नीचे नहीं आ गए, जिनको या अल्लाह को लेके नीचे नहीं आ गए हम कि वो कह रहे हैं कि ऐसे चलेगा। ये इंसान है सर, वो देखता है। छोटी सी मैं इसमें एक स्टेटमेंट देना चाहता हूँ, बिल्कुल छोटी चीज। जब मकलन साहब की बात हो रही है ना, तो द बैंक ऑफ इंटरनेशनल सेटलमेंट्स BIS, जिसको कहते हैं हम लोग सेंट्रल बैंक फॉर सेंट्रल बैंक्स, उन्होंने ये स्टेटमेंट दी कि होम प्राइसेस अक्रॉस द वर्ल्ड, नॉट कनाडा की बात, क्योंकि वो इंटरनेशनल सेटलमेंट BIS है, उन्होंने कहा कि द होम प्राइसेस अक्रॉस द वर्ल्ड सर्ज ड्यू टू रेट्स बीइंग टू लो फॉर टू लॉन्ग। उनकी ये स्टेटमेंट है। और
उसके हेड कौन थे सर? हमारे मकल्लन साहब, बीओसी गवर्नर जो थे वो उसके हेड थे। अब इनको यानी कि पता था ना कि भाई ये लो इंटरेस्ट रेट ही कीमतों को बढ़ा रहे हैं, क्योंकि हमारे खुद ही मकल्लन साहब उसके हेड थे। अब नहीं है खैर। तो मैं कहना चाहता था कि पता सब कुछ होता है, कई बार डिफरेंट ढंग से किया जाता है। अच्छा मोका साहब, एक सॉरी लास्ट क्वेश्चन हो रहा है। अभी जैसे आप कहते हैं महंगाई कम हो जाएगी, तो जैसे मान लीजिए एक एग्जांपल है, टमाटर 199 का मिलता है, तो अब ये अगर 2% के हिसाब से, तो अगले साल ये पहली बात तो सब पहला सवाल ये कि क्या ये कम हो जाएगा 2-3%, 4%, या फिर अगले साल ये 2.04 का हो जाएगा पर पाउंड? वेरी गुड क्वेश्चन सर। अभी थोड़ी देर पहले मैंने इसी मुद्दे पे बात की थी। इन्फ्लेशन जो है हम पिछले साल से कंपेयर करते हैं। पिछले साल नवंबर में अगर बढ़े हुए रेट थे, उससे ऊपर 2% बढ़ गए, तो और बढ़ रहे हैं उससे। हमें डिफ्लेशन चाहिए, हमें डिफ्लेशनरी इन्वायरमेंट चाहिए इस वक्त, जिसके इसमें इनको इंटरेस्ट रेट लॉन्गर, तभी ये बार बात कर रहे हैं कि लॉन्गर टाइम रखने पड़े। लॉन्गर टाइम रखने का मतलब यही है, और रिसेशन लाने का मतलब यही है कि हम डिफ्लेशन में चले जाएं। जो चीज पिछले नवंबर में बढ़ी थी, 199 की हुई थी, वो कम हो जाए, हम वो 170 या 150 पे आ जाए। इसलिए हमें रिसेशन की ज्यादा जरूरत है, विच इज नाउ लुक्स लाइक सर्टन नाउ कि हम रिसेशन में जाएंगे, क्योंकि इंटरेस्ट रेट बढ़ाने का अब मतलब यही है। क्योंकि हम देखिए 7% के करीब हमारा प्राइम पहुंच चुका है, अगर और बढ़ता चला गया। आज यूएस में भी 2 बजे अनाउंसमेंट है, लेकिन आज शायद वो रुक सकते हैं। इकोनॉमिस्ट ये एक्सपेक्ट कर रहे हैं उनसे कि वो रुक जाएं आज, क्योंकि उनकी जो इन्फ्लेशन थी वो 4% पे आ गई है, कम हो गई है उनकी। लेकिन ये भी सब एक्सपेक्ट कर रहे हैं कि अब तो रुक जाएंगे आज तो वो इस महीने, लेकिन अगले महीने वो फिर बढ़ाएंगे। मतलब उन्होंने कोई पॉज, एक महीने का या 1.5 महीने का पॉज हो रहा है। सेम चीज हमारे बैंक ऑफ कनाडा से एक्सपेक्ट कर रहे हैं कि हो सकता है कि जुलाई में वो रुक जाएं, पर सितंबर में बढ़ाना ही बढ़ाना पड़ेगा उनको, अगर जुलाई में रुक गए तो। और इसमें भी याद है, आज से 1.5 महीना पहले जब इंटरेस्ट रेट सब कह रहे थे कि बढ़ ही नहीं सकता जी, बढ़ ही नहीं सकता जी, मैं आके बोल के गया था 50% चांसेस हो गए हैं सर, बढ़ेगा ही बढ़ेगा, बढ़ गया वो। और मुझे अभी भी लग रहा है, मैं तो जनवरी से बोल रहा था मुंगा साहब। हाँ नहीं, वो तो आपने तो इसलिए आप तो ये बोल रहे थे ना कि उनको बढ़ाना ही बढ़ाना चाहिए, आप उस मुद्दे पे बात कर रहे थे। हाँ जी, लेकिन हाँ जी, हम उस मुद्दे पे बात कर रहे हैं जब इन्फ्लेशन बढ़नी शुरू हो गई थी। आप तो तब बढ़ाना चाह रहे थे जब पूरी तरह से हम मार चुके थे, पहले हाउसिंग गिरनी शुरू हो गई थी। मैं बड़ा क्लियर बात कर रहा हूँ आपके साथ अब। तो अभी क्या सिचुएशन है, जुलाई में भी मुझे ये लग रहा है 50-50 चांसेस है। क्यों? क्योंकि इनकी जो हिस्ट्री रही है बैंक ऑफ कनाडा की, उसकी हिस्ट्री ये कहती है कि ओवरलोडिंग करो। उन्होंने स्टार्टिंग में ओवरलोडिंग ही की थी, फटाफट 50, 1, 75, क्योंकि वो फ्रंट लोडिंग जो कहते हैं, सॉरी ओवरलोडिंग, फ्रंट लोडिंग। तो फ्रंट लोडिंग में बिलीव करते हैं ये। तो फ्रंट लोडिंग में अगर बिलीव करते हैं तो जुलाई में आ रहा है सर, जुलाई नहीं आ रहा है। अगर फिर भी कोई ऐसी रिपोर्ट आ गई बीच में कि उनको रुकने के, उनको सांस लेने के लिए मिल सकती है, तो वो सांस लेने के लिए, जैसे अनएम्प्लॉयमेंट की आई थी, थोड़ी सी ऊपर बढ़ी है, विच इज गुड साइन। लेकिन अब उसके बीच में एक इन्फ्लेशन की रिपोर्ट भी आनी है, तो वो भी देखेंगे हम। अगर उस तरह की सिचुएशन आ गई तो हो सकता है हम रुक जाएं, लेकिन आज कोई बोले कि वो रुक जाएंगे, आई एम नॉट इन दैट कैटेगरी। अभी मैं रिपोर्ट देखना चाहूंगा। अच्छा मंगा सर, एक और सॉरी याद आ गया सवाल, ये जो इंश्योरेंस, जो मान लो आज कोई फाइनेंशियली टाइट है, तो अगर उसकी मान लो महीने की उसकी लाइफ इंश्योरेंस $100 जा रही है, अब उसको वो चाहता है कि थोड़ी सी कम कर दिया जाए, यहाँ से मैं $50 बचा के मैं उसको अपने मॉर्गेज के लिए किए करूँ, और बाद में जब ठीक ठाक हो जाए, इंटरेस्ट रेट सब काबू में आ जाए, तो हम इसको वापस कर लेंगे। ऐसे पॉसिबल है जी? आपका बहुत बहुत धन्यवाद जी, थैंक यू। नॉर्मली इंश्योरेंस में क्या होता है सर, आप घटा तो सकते हैं। लेट्स से कि आपने $1 मिलियन की इंश्योरेंस ली हुई है, ओके, अब आपके पास प्रीमियम देने के लिए नहीं है, आप उसको कहते हैं कि 500 कर दो, 500 कर देगी इंश्योरेंस कंपनी, आपका खर्चा कम हो गया। लेकिन साल बाद आप बोलो कि मिलियन करनी है, तो वो कहेगी अच्छा मेडिकल कराओ, क्योंकि अब क्यों कर रहा है वो मिलियन, उनको तो नहीं पता ना। हो सकता है बंदा बीमार हो चुका, उसको कैंसर हुआ पड़ा हो, और डॉक्टर ने बोल दिया मरना है भैया, तुझे तो 6 महीने रह गए हैं तेरी लाइफ में, मैं यहाँ पे 500,000 की पॉलिसी बढ़ा रहा हूँ, 2 महीने प्रीमियम जाएगा, कंपनी का तो नुकसान हो गया। तो कंपनी कभी भी नहीं करेगी विदाउट मेडिकल एविडेंस कि वो दोबारा बढ़ाएगी। घटाना इज
लाइक उस आप घटा सकते हो, क्योंकि वो आपकी मिलियन की पॉलिसी थी, आप खुद 5 लाख करना चाह रहे हो, प्रीमियम घटाना चाह रहे हो, आपके हाथ में जी। ओके जी, थैंक यू सो मच, थैंक यू। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਸਰ, ਇੱਕ ਸਵਾਲ ਹੋਰ ਹੈ, ਕਿਉਂਕਿ ਡਿਸਕਸ਼ਨ ਬੜੀ ਇੰਟਰਸਟਿੰਗ ਹੋ ਗਈ, ਕਿਉਂਕਿ ਤੁਸੀਂ ਜਿਸ ਤਰ੍ਹਾਂ ਐਕਸਪਲੇਨ ਕੀਤਾ ਕਿ ਜਿਹੜਾ ਪਿੱਛੇ ਕਾਫੀ ਲੋ ਇੰਟਰਸਟ ਰੇਟ ਜਿਹਦੇ ਕਰਕੇ ਕਾਫੀ ਪ੍ਰਾਈਸਿਸ ਜਿਹੜੀ ਉਹ ਵੀ ਇਨਕਰੀਜ਼ ਕਰ ਗਈ ਤੇ ਬਹੁਤ ਸਾਰੇ ਇਨਵੈਸਟਰ ਵੀ ਜਿਹੜੇ ਉਹ ਵੀ ਮਾਰਕੀਟ ਦੇ ਵਿੱਚ ਜਿਹੜੇ ਐਂਟਰ ਹੋ ਗਏ। ਸੋ ਪੀਕੇ ਜੀ, ਸਵਾਲ ਇਹ ਬਣਦਾ ਹੈ ਕਿ ਅੱਜ ਜੇ ਬਹੁਤ ਸਾਰੇ ਇਨਵੈਸਟਰ ਨੇ ਉਹਨਾਂ ਨੂੰ ਇਹ ਮਾਰਕੀਟ ਅਟਰੈਕਟ ਵੀ ਬੜੀ ਕਰ ਰਹੀ ਹੈ। ਇੱਕ ਮੇਰੇ ਕੋਲ ਇੱਥੇ ਨਿਊਜ਼ ਹੈ ਮੇਰੇ ਸਾਹਮਣੇ ਕਿ ਇੱਕ ਟੈਨੈਂਟ ਜਿਹੜਾ ਹੈ ਉਹ ਨਿਆਗਰਾ ਦੇ ਵਿੱਚ, ਹਲੇ ਮੈਂ GTA ਦੀ ਗੱਲ ਨਹੀਂ ਕਰ ਰਿਹਾ, ਉਹਦੇ ਲੈਂਡਲੋਰਡ ਨੇ ਉਸ ਨੂੰ ਕਿਹਾ ਕਿ ਤੂੰ ਘਰ ਛੱਡ ਦੇ ਤੇ ਕੋਲੋਂ $10,000 ਵੀ ਆਫਰ ਕੀਤੇ, ਲੇਕਿਨ ਫਿਰ ਵੀ ਇਹ ਜਿਹੜਾ ਤਰੀਕਾ ਕੰਮ ਨਹੀਂ ਕੀਤਾ। ਸੋ ਸਰ, ਇੰਨੀ ਜੇ ਰੈਂਟਲ ਮਾਰਕੀਟ ਇੰਨੀ ਹਾਈ ਹੈ, ਸੋ ਮਿਸੀਸਾਗਾ 4th ਪਲੇਸ ਦੇ ਉੱਪਰ ਹੈਗਾ ਹੈ, ਬਰੈਂਪਟਨ ਜਿਹੜਾ ਉਹ ਵਿਦ ਇਨ 10th ਪਲੇਸ ਦੇ ਅੰਡਰ 10th ਪਲੇਸ ਹੈਗਾ ਹੈ। ਸੋ ਸਰ, ਇੰਨੀ ਰੈਂਟਲ ਹਾਈ ਹੋਵੇ ਫਿਰ ਸਾਰੇ ਇਨਵੈਸਟਰ ਕਿਉਂ ਨਾ ਅਟਰੈਕਟ ਹੋਣ? ਬਿਲਕੁਲ ਠੀਕ ਗੱਲ ਹੈ ਜੀ। ਇਹਨੂੰ ਕਹਿੰਦੇ ਜੀ ਅਸੀਂ ਇਹ ਟਰਮ ਸ਼ੁਰੂ ਹੋਈ ਹੈ ਅਜੇ ਸਿਰਫ 3-4 ਸਾਲ ਪਹਿਲੇ ਨਵੀਂ ਟਰਮ ਸ਼ੁਰੂ ਹੋਈ ਹੈ, ਕੈਸ਼ ਦੇਣਾ, ਇਹਨੂੰ ਕਹਿੰਦੇ ਆ ਕੈਸ਼ ਫॉर ਕੀਜ਼। ਇਹ ਟਰਮ ਹੈਗੀ, ਇਹਨੂੰ ਕਹਿੰਦੇ ਆ ਕੈਸ਼ ਫॉर ਕੀਜ਼। ਟੈਨੈਂਟ ਨੂੰ ਕਹੋ ਜੀ ਸਾਰੀ ਗੱਲਾਂ ਛੱਡ, ਬੋਲ ਆ ਜਾ ਬਹਿ ਜਾਂਦੇ ਟੇਬਲ ਤੇ, ਕਿੰਨੇ ਪੈਸੇ ਚਾਹੀਦੇ ਨੇ ਤੈਨੂੰ ਛੱਡਣ ਵਾਸਤੇ। ਫਿਰ ਜਿਸ ਵਕਤ ਕੈਸ਼ ਫॉर ਕੀਜ਼ ਦੀ ਗੱਲ ਆਉਂਦੀ ਹੈ ਤੇ ਉਹਦੇ ਵਾਸਤੇ ਮੈਂ ਜਿਹਨੂੰ ਕਹਿੰਦੇ ਨੇ ਬੜਾ ਕਲੀਅਰ ਕਹਾਂਗਾ ਕਿ 2 ਕਿਸਮ ਦੇ ਫਾਰਮ ਯੂਜ਼ ਕੀਤੇ ਜਾਂਦੇ ਨੇ। ਇੱਕ N9 ਕੀਤਾ ਜਾਂਦਾ ਹੈ ਫਰਮ ਆਫਰ ਫਰਮ ਟੈਨੈਂਟ, ਉਹਦੇ ਤੇ ਬੜਾ ਕਲੀਅਰ ਲਿਖਿਆ ਜਾਂਦਾ ਜੀ ਕੈਸ਼ ਫॉर ਕੀ ਅਸੀਂ ਦਿੱਤਾ ਹੈ, ਕੋਈ ਅੰਦਰ ਕੋਈ ਚੋਰੀ ਚਕਾਰੀ ਨਹੀਂ ਹੈ। ਜਾਂ ਫਿਰ N11 ਫਾਰਮ ਯੂਜ਼ ਕੀਤਾ ਜਾਂਦਾ ਜਿਹਨੂੰ ਕਹਿੰਦੇ ਮਿਊਚੁਅਲੀ ਐਗਰੀਡ। ਇਹ ਬਹੁਤ ਯੂਜ਼ ਹੋ ਰਿਹਾ ਔਰ ਬਹੁਤ ਕਾਮਯਾਬ ਵੀ ਹੋ ਰਿਹਾ ਹੈ। ਟੈਨੈਂਟ ਖੁਸ਼ ਹੋ ਜਾਂਦਾ ਜੀ ਮੈਨੂੰ 10,000 ਮਿਲ ਗਏ ਔਰ ਲੈਂਡਲॉर्ड ਖੁਸ਼ ਹੋ ਜਾਂਦੇ ਜੀ ਮੈਂ ਖਾਲੀ ਕਰਾ ਲਿਆ। ਤੇ ਨਾਟ ਨੈਰੀ 10,000 ਤੇ 1 ਮਹੀਨੇ ਦਾ ਤੇ ਹੁਣ LTV ਨਹੀਂ ਕਰਤਾ ਹੈਗਾ, ਤੁਹਾਨੂੰ 1 ਮਹੀਨੇ ਦਾ ਦੇਣਾ ਪਏਗਾ। ਅਗਰ ਤੁਸੀਂ ਰੈਂਟ ਵਗੈਰਾ ਦੇ ਰਹੇ ਹੋ 1 ਮਹੀਨਾ ਤੁਹਾਨੂੰ ਰੈਂਟ ਨਾਲ ਦੇਣਾ ਪਏਗਾ ਉਹਨੂੰ। ਖੈਰ ਉਹ ਤਾਂ ਛੋਟੀ ਗੱਲ ਹੈ, ਲੇਕਿਨ ਯੈਸ ਇਹ ਗੱਲ ਬਹੁਤ ਜ਼ਿਆਦਾ ਹੁਣ ਚੱਲਣੀ ਸ਼ੁਰੂ ਹੋ ਗਈ ਹੈ। ਦੂਜੀ ਗੱਲ ਤੁਹਾਡੀ ਜਿਹੜੀ ਇਨਵੈਸਟਰ ਦੀ ਗੱਲ ਹੈਗੀ, ਯੈਸ ਦੇਖੋ ਇਨਵੈਸਟਰ ਜਿਹੜਾ ਹੈ ਨਾ, ਕੋਈ ਇਹੋ ਜਿਹੀ ਪਾਲਿਸੀ ਬਣ ਜਾਏ ਕਿ ਇਨਵੈਸਟਰ ਨੂੰ ਡਿਸਕਰੇਜ ਕੀਤਾ ਜਾਏ ਔਰ ਐਂਡ ਯੂਜ਼ਰ ਨੂੰ ਸਾਹਮਣੇ ਲਿਆਇਆ ਜਾਏ। ਇਹ ਨਹੀਂ ਕਿ ਆਈ ਐਮ ਟਾਕਿੰਗ ਅਬਾਊਟ ਡਿਸਕਰੇਜ, ਮੈਂ ਨਹੀਂ ਕਹਿ ਰਿਹਾ ਉਹਨੂੰ ਬੈਨ ਕੀਤਾ ਜਾਏ, ਕਿਉਂਕਿ ਉਹਨਾਂ ਦਾ ਰੋਟੀ ਰੋਜ਼ੀ, ਉਹਨਾਂ ਦਾ ਵੀ ਧੰਦਾ, ਉਹਨਾਂ ਦਾ ਬਿਜ਼ਨਸ ਹੈ। ਇਹ ਹਾਇਰ ਇੰਟਰਸਟ ਰੇਟ ਜਿਹੜੇ ਨੇ ਨਾ, ਇਹ ਇਨਵੈਸਟਰ ਨੂੰ ਜਿਹੜਾ ਸਟਰੋਂਗ ਇਨਵੈਸਟਰ ਹੈ ਉਹਨੂੰ ਫਰਕ ਹੀ ਨਹੀਂ ਪੈ ਰਿਹਾ ਸਰ, ਉਹਨੂੰ ਫਰਕ ਨਹੀਂ ਪੈ ਰਿਹਾ। ਉਹ ਇਹ ਕਹਿੰਦਾ ਹੈਗਾ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ। ਇਨਵੈਸਟਰ ਇਹ ਕਹਿੰਦਾ ਹੈਗਾ ਕਿ ਸਪੋਜ਼ ਕਰੋ ਮੇਰਾ ਸਾਰਾ ਖਰਚਾ $4,000 ਮਹੀਨੇ ਦਾ ਹੈਗਾ ਔਰ ਮੈਨੂੰ ਰੈਂਟ ਆ ਰਿਹਾ ਮੰਨ ਲਓ 3,000। एक आम आदमी या कमजोर इन्वेस्टर नहीं होगा, बेच बाज के दौड़ जाएगा। लेकिन एक स्ट्रॉन्ग इन्वेस्टर जो रहेगा वो हिलेगा ही नहीं, उन्हें फर्क ही नहीं पैंदा, क्योंकि उदा कैश फ्लो माइनस होया है लेकिन उदा प्रिंसिपल उतर रहा है। मान लो उदा प्रिंसिपल उतर रहा है 1400 और कैश फ्लो माइनस हो रहा है 1000, तो फिर 400 प्लस उत्ते हैगा, प्लस टैक्सेशन टैक्स ਦੇ ਉੱਤੇ ਉਹਨੂੰ ਬੜਾ ਵੱਡਾ ਫਰਕ ਪੈ ਜਾਂਦਾ ਹੈ। ਤੇ ਇਨਵੈਸਟਰ ਮੇਰੇ ਹਿਸਾਬ ਨਾਲ 0 ਪ੍ਰੋਫਿਟ ਲਾਸ ਦੇ ਉੱਤੇ ਵੀ ਚੱਲਣ ਨੂੰ ਤਿਆਰ ਹੈ, ਕਿਉਂਕਿ ਉਹਨੂੰ ਇਹ ਪਤਾ ਹੈ ਕਿ ਅਗਰ 3% 4% ਵੀ ਕੀਮਤ ਵੱਧ ਗਈ, ਮਿਲੀਅਨ ਦਾ ਘਰ ਹੈਗਾ ਤੇ ਮੇਰੇ 30,000 ਵੈਸੇ ਵੱਧ ਜਾਣਗੇ, ਗੱਲ ਖਤਮ। ਤੇ ਯੂ ਆਰ ਵੈਰੀ ਵੈਰੀ ਰਾਈਟ ਸਰ, ਤੁਸੀਂ ਬਹੁਤ ਪਿਆਰੀ ਗੱਲ ਕੀਤੀ ਹੈਗੀ ਕਿ ਇਨਵੈਸਟਰ ਨੂੰ ਇਸ ਇੰਟਰਸਟ ਰੇਟ ਦਾ ਜ਼ਿਆਦਾ ਫਰਕ ਨਹੀਂ ਪੈ ਰਿਹਾ। ਇਨਵੈਸਟਰ ਦੇ ਅੰਦਰ ਮੈਂ ਇਨਵੈਸਟਰ ਕਹਾਂਗਾ ਜ਼ਿਆਦਾ ਕੀ ਫਰਕ ਹੀ ਨਹੀਂ ਪੈ ਰਿਹਾ। ਹੁਣ ਮੈਂ ਉਹਨੂੰ ਜਿਹੜੇ ਦੂਜੇ ਵੀਕ ਇਨਵੈਸਟਰ ਨੇ ਉਹਨੂੰ ਮੈਂ ਸਪੈਕੂਲੇਟਰ ਕਹਾਂਗਾ, ਤੇ ਇਸ ਕਰਕੇ ਉਹ ਇਨਵੈਸਟਰ ਦੀ ਕੈਟੇਗਰੀ ਆ ਹੀ ਨਹੀਂ ਰਹੇ। ਮੇਰੇ ਕੋਲ ਆਉਂਦੇ ਨੇ, ਮੇਰੇ ਆਫਿਸ आते हैं, आगे बैके करते हैं जी मैं फंस गया जी, मैंने एक घर वो ले लिया, एक अपार्टमेंट वो ले लिया, प्लान ले लिया, इनकम कितनी थी, इनकम इतनी है, तो अब क्या करने आया है मेरे पास। मेरे को जी वो रियल्टर ने बुद्धू बना दिया। मतलब तू बुद्धू था तो बुद्धू बना दिया ना, तेरा दिमाग था कि तेरी इनकम थी 50,000 60,000, तूने तेरे को उसने बड़ी हैरानगी दिलाई गुरदीप जी, प्राइवेट लैंडिंग तो 2 लाख दिलवाते और 3 प्रॉपर्टियां बुक कराती हैं प्राइवेट, 11% 12% उससे पैसा दिलवाता और 3 बुक करवा दिए, 3 वो एक भी क्लोजिंग नहीं करा सकता। भाई क्यों किया तूने ऐसे भाई? सर मैं आपके पास आया था 3 साल पहले, आपने मना कर दिया था, तो फिर दूसरे एजेंट ने कहा था मैं दिलवा दूंगा, तो अब क्यों आया मेरे पास, अब मुझे बचाओ। मैं कहता उसी के पास जाओ, मैं क्या बचाऊं। बट तुम्हें इतनी अक्ल होनी चाहिए कि तुम, मेरा एक आर्टिकल है नो हार्ड लेंडर मनी, इन्वेस्टर्स के लिए हार्ड लेंडर मनी नहीं चाहिए। अगर आप हार्ड लेंडर मनी से काम करते हो तो यानी कि आप स्पेकुलेटर हो, आप इन्वेस्टर हो ही नहीं। तो वो इतना महंगा पैसा किस लिए, हमें उसने कहा था जी तेरा हम असाइनमेंट में बेच देंगे। अरे यार असाइनमेंट के ऊपर अगर मान लो मार्केट उल्टी हो जाती तो जो आज हो गई है वही तो होगी ना जी, इसकी हमें उम्मीद रही थी। मतलब कि यू आर वेरी राइट, इन्वेस्टर जिहड़े ने उन्होंने फर्क नहीं पै रहा एंड सो कॉल्ड स्पेकुलेटर्स ने वो मरे पड़े ने, और मैं बड़ा कड़वी गल कर रहा, चाहे मेरे तो नाराज होण और मरना भी चाहिए, क्योंकि इकोनॉमी खराब करने की इन्हों का बड़ा बड़ा हाथ है इन्होंने लोगों का कि शेख चिलियां वाली गल इतना ले लेंगे असाइनमेंट भेज देंगे। एक गल होर ताइयों CRA दे भी कान खड़े हो गए ने, पहले असाइनमेंट उत्ते तुहानू कैपिटल गेन उत्ते कम कर लेंदे सीगे, हुण वो पूरा बिजनेस इनकम लगा रहे हैं। तुहाडे दा 60% का टैक्स लगांदा गवर्नमेंट नू, असाइनमेंट में भेज देंगे। इफ CRA इज नॉट सेटिस्फाइड एंड इफ दे आर सेटिस्फाइड दैट इट वाज
sheer business you are doing, you plan to do the assignment, your income were never justified, your booking income university speculating tax भी कहने हैं, plus on top of it 13% HST, ਲੱਖ ਕਮਾਇਆ 60,000 ਤੁਸੀਂ ਸੀਆਰ ਨੂੰ ਦਿੱਤਾ, 20,000 ਤੁਸੀਂ ਰੀਅਲਟਰ ਨੂੰ ਦਿੱਤਾ, ਇਹ ਗੱਲ ਕਿਸੇ ਨੂੰ ਪਤਾ ही नहीं हैगी। मेरे को जिसको आंदे ने सबसे पहले उन्होंने गल करना आपकी, वो कहते हैं आप में से इनकम सिग्नल ये सब कुछ क्यों पूछ रहे हो? मैं कहता हूँ मैं इसलिए पूछ रहा हूँ कि मैं जस्टिफाई कर सकूंगा कल को सीआरए को कि आपकी इंटेंशन क्या थी। अगर आपकी आज इनकम ही जस्टिफाई नहीं करती आपकी इन्वेस्टमेंट, तो सीआरए आपको ठोक देगा, क्योंकि जब आप क्लोज नहीं कर पाओगे, क्लोज कराओगे तो मरोगे, क्योंकि आपको ए लेंडर देगा नहीं, आप 10% में जाओगे, वैसे ही आप स्पेकुलेटर बन गए। और अगर आप बोलोगे मैं सैंडविच बेचता हूँ, तो सीआरए ने पकड़ लेना है कि भाई आओ जी आपका तो बिजनेस टैक्स लगेगा इसके ऊपर। बहुत इंपॉर्टेंट गल है जी सर, थैंक यू। ठीक है जी, वैसे ਤੁਸੀਂ ਸੀਆਰਏ ਦੀ ਗੱਲ ਕਰ ਰਹੇ ਹੋ, ਮੈਂ ਇੱਕ ਛੋਟੀ ਜੀ ਗੱਲ ਐਡ ਕਰ ਦੇਣਾ ਤੇ ਬਹੁਤ ਲੋਕਾਂ ਨੂੰ ਨਾ ਗਲਤ ਫਹਿਮੀ ਰਹਿੰਦੀ ਹੈ ਕਿ ਸੀਆਰਏ ਤੱਕ ਕੁਝ ਨਹੀਂ ਕਰੇਗਾ, ਇੰਨਾ ਪੈਸਾ ਆ ਗਿਆ ਹੁਣ ਕੁਝ ਨਹੀਂ। ਸਰ ਪਿਛਲੇ ਲਗਭਗ 6 ਮਹੀਨੇ ਤੋਂ ਸੀਆਰਏ ਆਡੀਟਰ ਹਾਇਰ ਕਰ ਰਿਹਾ ਹੈ। ਅੱਜ ਵੀ ਅਗਰ ਤੁਸੀਂ ਜਾ ਕੇ ਵੇਖੋ ਨਾ ਉਹਨਾਂ ਦੀ ਵੈਬਸਾਈਟ ਤੇ 30 ਜੂਨ ਲਾਸਟ ਡੇਟ ਹੈ, 30 ਜੂਨ ਨੂੰ ਉਹਨਾਂ ਦੀ ਜੌਬ ਕਲੋਜ਼ ਹੋ ਰਹੀ ਹੈ। 30 ਜੂਨ ਤੱਕ ਉਹਨਾਂ ਨੇ ਪਤਾ ਨਹੀਂ ਕਿੰਨੇ 100 ਆਡੀਟਰ ਹਾਇਰ ਕਰਨੇ। ਤੁਸੀਂ सोच सकते हो ऐसे ऑडिटर लेके की करेंगे, क्यों हायर कर रहे हो? हर केस स्क्रूटनी जा रहे हैं आजकल। बंदा कहता है जी मैं तो भरूंगा ही नहीं, मैं बताऊंगा नहीं। अरे तुम नहीं बताओगे, जब तुम्हारी क्लोजिंग होगी ऑटोमेटिक रिपोर्ट चल जाएगी, स्केड्यूल 3 कहते हैं उसको, ऑटोमेटिक चला जाएगा। और जब कई बार हमें ये मैसेज आते हैं ठीक है जी मजा आ गया, क्या हुआ 1 साल हो गया जी, अब तो बात खत्म हो गई, अब तो सीआरए जिसे कहते हैं। अरे भाई वो वेट कर रहे हैं कि वो 2 साल बीते या 3 साल बीते, जिसके बाद आप क्लेम ही नहीं कर सकते। आपकी लिमिट है 3 साल की, उसके अंदर क्लेम करके आप रीफाइल कर सकते हो। 3 साल के बाद कर ही नहीं सकते, वो 3 साल के बाद लेटर भेजेंगे आपको, बोलो क्या करोगे आप। और आया है कईयों के पास, जब पहले 2 साल की लिमिट थी तो 2 साल के बाद लेटर आते थे। मतलब हम इतना वीक कैसे समझ लें भाई कि वो अलग बात है कि चलो जी एक आध बीच में निकल गया फ्लूक, अदरवाइज तो सारे ऑडिट यू आर वेरी राइट। ये स्पेशली जब प्रॉपर्टी के लेन देन है ये तो सारा ही ऑडिट होता है जी, टोटल A to Z। अभी तो वो लोग भी आएंगे सर जिन्होंने पैसा वैसे तो लेटर आ गए थे उनको सबको, बहुत लोगों को आ गए थे जिन्होंने पैसा वैसे ही ले लिया था, लेकिन अब ऑडिट आने वाले जिन्होंने पैसा लिया था और गलत तरीके से लिया था, गलत मतलब जो यूज था उसका उस हिसाब से यूज नहीं हुआ था वो पैसा, उनके ऑडिट आएंगे अब। तो ये सारी चीजें हम ये सोचते हैं गवर्नमेंट ने ये कर दिया वो कर दिया, लेकिन गवर्नमेंट को पैसा वापस भी चाहिए, वो लेगी आपसे, तो इसलिए हायर हो रहे हैं। आप उनकी वेबसाइट पे जाके देख लीजिए, उनकी सीआरए की वेबसाइट पे पड़ा हुआ है। जी जैसे कई बार लोग कहते हैं ना कि मैं जाके कोर्ट में ये कह दूंगा, मैं जाके जज के सामने ये कह दूंगा, इतना बड़ा मूर्खपना। तुम जाके जज के आगे ये कह दोगे या लैंडलॉर्ड टेनेंट बोर्ड में आके मैं ये कह दूंगा, तुम इतना उनको अंडर एस्टिमेट कर रहे हो यार। तुम्हारा पहला केस है और तुम सारी दुनिया से अलग, तुम बहुत शार्प चाणक्य बन गए कि मैं ये कह दूंगा। अरे भैया जिसके पास हर रोज के 50 केस आते हैं उसको पता है ये वाले बहाने कितने किस्म के बहाने लेके आते हैं। मेरे सामने आगे से निकला हुआ केस है कि लैंडलॉर्ड ने टेनेंट को नोटिस दे दिया N12 कि मेरे को अपने यूज के लिए चाहिए बेसमेंट, टेनेंट ने उसके ऊपर स्टे ले लिया, जाने नहीं दिया, कोर्ट में गए, कोर्ट में लैंडलॉर्ड केस हार गया। क्यों? उसने बोला कि मेरा बेटा है, मैंने अपने बेटे को यहाँ पर मूव करना है। जज ने उससे पूछा, इनकम का प्रूफ उसने दिया 80,000 और रेंटल उसको आता था उसका लगभग 1,500, और बेटे की उम्र कितनी है 19 साल। बेटा कोई जॉब करता है? नहीं। कहता है झूठ है, गलत है। आप अफोर्ड 19 साल के बेटे को पूरा बेसमेंट दे दोगे अनमैरिड को, और आपकी इनकम जस्टिफाई नहीं कर रही? नो, मैं इसको डिक्लाइन करता हूँ। उनको पता है फैक्ट क्या है, सच्चाई क्या है। हम लोग जाके कोर्ट में ये कह देंगे, हम लोग LTV में ये कह देंगे। अरे तुम बड़े सियाने हो, वो बेवकूफ बैठे हुए आगे तुम्हारे जो बैठे हुए हैं, वो उनका रोज का काम है ये। जी ये बात बिल्कुल ठीक है मोगा साहब की सीआरए आंख बंद करके नहीं बैठा हुआ, सियाने बनने की कोशिश नहीं है, सीधा ढंग से चलो। मैं HST रिबेट जमा नहीं कराता और बाद में कह दूंगा जी मेरे हालात खराब थे। नहीं भैया, वो आप पेनल्टी लगनी है, पेनल्टी तो लगनी है जी। मैंने कहा पेनल्टी लगेगी। हाँ, कर्जे अगर वो लड़के आया होगा तो शायद और भी रगड़ देगा इसके साथ जी। पीके जी, पंकज जी, बड़े इंटरेस्टिंग पॉइंट ਤੇ ਡਿਸਕਸ਼ਨ ਜਿਹੜੀ ਪਹੁੰਚ ਗਈ ਹੈ। ਸੋ ਥੋੜਾ ਜਿਹਾ ਸੋਲੂਸ਼ਨ ਵੀ ਤੁਹਾਡੇ ਕੋਲ ਇਹਦਾ ਮੈਂ ਚਾਹਾਂਗਾ ਕਿ ਤੁਸੀਂ ਇਹਦੇ ਬਾਰੇ ਜਿਹੜਾ ਸਾਡੇ ਲਿਸਨਰ ਨੂੰ ਗਾਈਡ ਕਰੋ, ਲੇਕਿਨ ਸਟੇਸ਼ਨ ਆਈਡੀ ਤੇ ਇੱਕ ਛੋਟੀ ਜੀ ਬ੍ਰੇਕ ਹੈ, ਸਿਰਫ 1 ਮਿੰਟ ਦੀ, ਉਸ ਤੋਂ ਬਾਅਦ ਸਾਡੀ ਗੱਲਬਾਤ ਜਿਹੜੀ ਉਹ ਜਾਰੀ ਹੈ। ਜ਼ਰੂਰ ਜੀ, ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ ਰੇਡੀਓ Y91.9 FM ਤੇ ਮੈਂ ਤੁਹਾਡਾ ਹੋਸਟ ਗੁਰਦੀਪ। ਸਟੂਡੀਓ ਨੰਬਰ 9052269109 905-226-9109 ਤੇ ਵਾਈ ਮੀਡੀਆ ਦਾ ਨੰਬਰ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਲਈ ਜਾਂ ਕਿਸੇ ਵੀ ਸਪਾਂਸਰ ਬਾਰੇ ਕੋਈ ਇਨਫੋਰਮੇਸ਼ਨ ਲੈਣ ਲਈ 416 475 5000 416 475 5000।
ਲਿਸਨਰ ਨੂੰ ਇੱਕ ਮੇਰੀ ਰਿਕੁਐਸਟ ਹੈ, ਅਗਰ ਤੁਸੀਂ ਸਟੂਡੀਓ 'ਚ ਕਾਲ ਕਰਦੇ ਤੇ ਥੋੜਾ ਜਿਹਾ ਤੁਹਾਨੂੰ ਹੋਲਡ ਵੀ ਕਰਨਾ ਪੈ ਸਕਦਾ, ਕਿਉਂਕਿ ਜਿਹੜੇ ਸਾਡੇ ਗੈਸਟ ਨੇ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦੇ ਰਹੇ ਹੁੰਦੇ ਨੇ, ਸੋ ਦਿਲ ਨਹੀਂ ਕਰਦਾ ਕਿ ਉਹਨਾਂ ਨੂੰ ਡਿਸਟਰਬ ਕਰੀਏ। ਸੋ ਤੁਸੀਂ ਪਲੀਜ਼ ਥੋੜਾ ਜਿਹਾ ਹੋਲਡ ਅਗਰ ਕਰ ਸਕਦੇ ਹੋ ਤਾਂ ਜ਼ਰੂਰ ਕਰ ਲਿਆ ਕਰੋ, ਕਿਉਂਕਿ ਜਿਹੜੀ ਗੱਲਬਾਤ ਹੈ ਉਸ ਨੂੰ ਪੂਰਾ ਜਿਹੜਾ ਉਹ ਸੁਣਿਆ ਜਾ ਸਕੇ। ਜੀ ਪੀਕੇ ਜੀ, ਸਟਾਰਟਸ ਵਿਦ ਯੂ ਸਰ। ਜਿਹੜਾ ਸਵਾਲ ਹੈ ਹੁਣ ਥੋੜਾ ਜਿਹਾ ਸੋਲੂਸ਼ਨ ਵੱਲ ਆਈਏ ਸਰ। ਅੱਜ ਦੀ ਮਾਰਕੀਟ ਸੋਲੂਸ਼ਨ ਪਤਾ ਕੀ है सर गुरदीप जी? ईमानदारी, सच्चाई, सीधी गल, टेंशन फ्री। क्यों नहीं हम रास्ता अपनाते कि हम सीधी सादी लॉ के मुताबिक बात करें, सीधी बात करें? क्यों छल पकड़ हमारे दिमाग में आ जाता है? ये बात को खत्म कर दो। सच कहना, सुखी रहना, टेंशन ही कोई नहीं, ईमानदार, सारे काम हो जाते हैं सर। ये तो मैंने तजुर्बा किया है। हमने एक भी केस मेरा ऐसा नहीं है, मुझे अगर यहाँ पर आके फोन करके अभी ऑनलाइन आके मुझे रोक दिया अगर कोई कहता तो, जिसके अंदर की हमने उनको गवर्नमेंट से पैसा वापस नहीं दिलवाया या HST वापस नहीं दिलवाई। झूठ बोलने का फायदा क्या है? मुझे यही नहीं आज तक बात समझ आई कि मैं ऐसे बोल दूंगा वैसे बोल। यहाँ तक केस हुए हैं सर जिसके अंदर की चार्ज कर लिया CRA ने, वो आपको उसको अपील में डाला और अपील में डाल के हम जीत के और पैसा वापस आया सारा का सारा। मैं आपको एग्जाम्पल देता हूँ छोटा सा इसके बारे में। एक बंदे ने स्टूडियो बुक कराया और उसको 4 साल के बाद जब चाबी का टाइम आया तो उसने असाइनमेंट में भेज दिया। CRA ने उसके ऊपर बोला जी तुम्हारे ऊपर तो पूरा बिजनेस टैक्स लगेगा और प्लस उसके ऊपर तुम्हारा जैसे कहते हैं ये HST भी लगेगी। जेन्युइन केस था, उसने मूव करना था पर अब बेच दिया। लेकिन CRA को कैसे कन्विंस किया? सच्चाई। 4 साल के अंदर अंदर उसकी शादी भी हो गई और उसका एक बच्चा भी हो गया। ये प्रूव किया कि जब लिया था मैं कवारा था, मैं स्टूडियो में रह सकता था, लेकिन जब तक मेरे को चाबी मिली मेरी शादी भी होगी और मेरा बच्चा भी हो गया। अब मेरे घर छोटा पड़ता ही तो मेरे को बेचना पड़ गया असाइनमेंट के ऊपर। कैसी लगी बात गुरदीप जी आपको ये वाली? सर कमाल है, तो ਤੁਸੀਂ ਆਈਡੀਆ ਵੀ ਦੇ ਦਿੱਤਾ ਇੱਕ ਤਰ੍ਹਾਂ ਦੇ ਨਾਲ। नहीं, ये सच्चाई, ये सच्चाई मतलब वेयर कर लो सर बिल्कुल बहुत सारे लोग गुरदीप जी कह रहे ने आइडिया दे देता। मैं क्या आइडिया ब्याह करन दा देता? बिल्कुल सर। देखो सच्चाई, मेरा मतलब कहने का सच बोल के सब कुछ होता है। हम लोग उस रास्ते में चलते नहीं है। मेरी जिंदगी ये 5 जून जो अभी निकला है, मेरे 50 साल हो गए रियल एस्टेट के अंदर। ये 5 जून अभी जो निकला है, कांग्रेचुलेशन, थैंक यू सर। सीधी बात करके मैंने रब ने बड़ा देता, जितना मैंने चाहिए था उससे ज्यादा देता, जितना मैं मांगता हूँ उससे ज्यादा मिल जाता है। फिर मैं अपने परिवार के साथ बैठ के बोलता हूँ अब क्या करें? जितना मुझे ऊपर वाले से चाहिए था उसने ज्यादा दे दिया, सीधी और सच्ची बात करके। एक छोटा सा एग्जांपल और, कई एग्जांपल है लेकिन मैं टाइम ज्यादा नहीं लूंगा। बुक कराया और उसके बाद जॉब चेंज हो गई, किसी और जगह मूव करके, कम्युनिटी की प्रॉब्लम आ गई, CRA मानेगा ही मानेगा, गलत बात होगी नहीं इसके अंदर। तो मतलब मेरा कहने का ये है। अब इसका दूसरा एग्जाम्पल ले लो, जब लोग झूठ बोल के करते हैं कि वो रह रहे हैं किंगस्टन और घर बुक करा लिया नियाग्रा, अब वो उसको वहां भेज देते हैं। अब वो कहते हैं जी हमने तो रहने के लिए बुक कराया था। तो वो आपसे पूछते हैं जी आपके प्लान बताओ क्या थे? प्लान कुछ नहीं, पक्की नौकरी लगी हुई है, क्या नौकरी छोड़ के तुमने वहां पर जाना था नियाग्रा? नहीं। तो आपकी शुरुआत ही झूठ से हो रही है। तुम रोज के 4 घंटे 4.5 घंटे कम्यूट करे हो क्या किया? मतलब सोच लो बोलने से पहले कि हम बोल क्या रहे हैं। तो ये कई एग्जाम्पल है सर हमने देखे हैं और अब तो बड़ा आशीर्वाद है कि आज तक कोई गलत नहीं हुआ, क्योंकि हम फाइल बना लेते हैं और फाइल के अंदर हम लिख देते हैं कि इसकी इनकम ये है, फैमिली स्ट्रक्चर ये है, जॉब ये है, कम्यूटिंग ये है और प्रॉपर्टीज क्या है, क्रेडिट, हमारे सारी डिटेल लिखी होती है। और कल को अगर सपोज करो हमें कोई कहता है कि सर ऐसे नहीं ऐसे, तो हम उसकी फाइल खोल के उसके आगे रख देते हैं, ये तेरी फाइल थी भैया, तूने हमें ये बताया था सब कुछ। जी पीके जी, मैं वैसे बड़ा हैरान होया सी बैठा बैठा ਜਦੋਂ ਤੁਸੀਂ ਕਿਹਾ 50 ਸਾਲ ਹੋ ਗਏ। ਮੈਂ ਤੇ ਸੋਚ ਰਿਹਾ ਸੀ ਕਿ ਇੰਨੀ ਮੇਰੀ ਉਮਰ ਨਹੀਂ ਹੈ ਜਿੰਨਾ ਤੁਹਾਡਾ ਐਕਸਪੀਰੀਅੰਸ ਹੈ ਸਰ। 1973 ਨੂੰ ਪਹਿਲੇ ਡੀਲ ਕੀਤੀ ਸੀ ਜੀ। ਵਾਹ ਕੀ ਬਾਤ ਹੈ ਸਰ। ਇਸੇ ਕਰਕੇ ਤੇ ਲੋਕ ਜਿਹੜੇ ਨੇ ਉਹ ਵੇਟ ਕਰਦੇ ਨੇ ਵੈਂਸਡੇ ਦਾ, ਕਿਉਂਕਿ ਸੁਣ ਕੇ ਬੜੀ ਗਾਈਡੈਂਸ ਮਿਲ ਜਾਂਦੀ ਹੈ। ਪੀਕੇ ਜੀ, ਮੇਰਾ ਇੱਕ ਸਵਾਲ ਤੁਹਾਨੂੰ ਹੈ ਕਿ ਥੋੜੀ ਜਿਹੀ ਐਗਜ਼ਾਮਪਲ ਦੇ ਕੇ ਥੋੜਾ ਜਿਹਾ ਮੈਂ ਪੁੱਛਣਾ ਚਾਹਾਂਗਾ ਕਿ ਸਰ ਜਦੋਂ ਇੰਜੀਨੀਅਰਿੰਗ ਕਰਨ ਗਏ ਸੀ ਅਸੀਂ, ਮੈਂ J&K ਉੱਥੇ ਚਲਾ ਗਿਆ ਸੀ। ਸੋ ਉੱਥੇ ਸਰ ਪੰਜਾਬ 'ਚ ਸਿਰਫ ਇੱਕ ਬਟਨ ਪ੍ਰੈਸ ਕਰੋ ਤੇ ਪਾਣੀ ਆ ਜਾਂਦਾ ਸੀ, ਨਲਕਾ ਤੁਸੀਂ ਗੇੜ ਲਓ ਤੇ ਤੁਸੀਂ ਆਰਾਮ ਨਾਲ ਨਹਾ ਲੈਂਦੇ ਸੀ। ਸੋ ਸਰ ਜਦੋਂ J&K ਗਏ ਤੇ ਸ਼ੁਰੂ 'ਚ ਬੜੀ ਪਰੇਸ਼ਾਨੀ ਹੋਈ, ਕਿਉਂਕਿ ਪਾਣੀ ਜਿਹੜਾ ਨਾ ਬੜਾ ਟਾਈਮ ਸਿਰ ਆਉਂਦਾ ਸੀ। ਉੱਥੇ ਜਿਹੜੇ ਹੈਂਡ ਪੰਪ ਤੇ ਹੈ ਨਹੀਂ ਸੀ। ਸੋ ਸਰ ਕਈ ਵਾਰ ਜਿਹੜਾ ਉਹ ਨਲ ਖੋਲ ਕੇ ਟੂਟੀ ਖੋਲ ਕੇ ਉਹਦੇ ਅੱਗੇ ਬੈਠੇ ਰਹਿਣਾ, ਕਈ ਵਾਰ ਹਵਾ ਜੀ ਆਉਂਦੀ ਰਹਿੰਦੀ ਸੀ, ਫਿਰ ਥੋੜਾ ਜਿਹਾ ਪਾਣੀ ਆ ਜਾਣਾ, ਫਿਰ ਸੋਚਣਾ ਆ ਗਿਆ। ਕਈ ਵਾਰੀ ਇਸ ਤਰ੍ਹਾਂ ਹੀ ਗਲਤੀ ਨਾਲ ਸਾਬਣ ਵੀ ਲਗਾ ਲੈਣਾ ਤੇ ਪਾਣੀ ਆਉਣਾ ਹੀ ਨਹੀਂ, ਤਾਂ ਬੜੇ ਦੁਖੀ ਹੁੰਦੇ ਸੀ। ਸਾਰੇ ਜਿਹੜਾ ਰੈਸੈਸ਼ਨ ਚੱਲ ਰਿਹਾ ਹੈ, ਇਹ ਬਿਲਕੁਲ ਮੈਨੂੰ ਸਿਚੁਏਸ਼ਨ ਸੇਮ ਹੀ ਲੱਗ ਰਹੀ ਹੈ। ਕਦੀ ਹਵਾ ਆ ਜਾਂਦੀ ਹੈ ਕਿ ਆ ਰਿਹਾ, ਕਿਉਂਕਿ ਜਿਹੜੀ ਇਨਫਲੇਸ਼ਨ ਆ ਡਾਊਨ ਜਾ ਰਹੀ ਹੈ, ਇੱਕਦਮ ਹੀ ਜਿਹੜੀ ਜੌਬ ਦੇ ਨੰਬਰ ਉਹ ਵੀ ਵੱਧ ਜਾਂਦੇ ਨੇ ਤੇ ਉਹ ਫਿਰ ਉੱਥੇ ਰਹਿ ਜਾਂਦਾ। ਹੁਣ ਸਰ ਜੌਬ ਥੋੜੀਆਂ ਜਿਹੀਆਂ ਚੱਲੀਆਂ ਗਈਆਂ ਨੇ, ਇੰਟਰਸਟ ਰੇਟ ਫਿਰ ਵਧਣਾ ਸ਼ੁਰੂ ਹੋ ਗਿਆ। ਸਰ ਇਹ ਆਏਗਾ ਜਾਂ ਨਹੀਂ ਆਏਗਾ? ਜੇ ਆਏਗਾ ਤੇ ਕਦੋਂ ਆਏਗਾ? ਥੋੜਾ ਜਿਹਾ ਸਾਰੇ ਨਹੀਂ ਸਰ, ਇਹ ਦੇਖੋ ਬੈਂਜਾਮਿਨ ਤਾਲ ਸਾਹਿਬ ਨੇ ਇਹਦੇ ਉੱਤੇ ਗੱਲ ਕੀਤੀ, ਬਹੁਤ ਪਿਆਰੀ ਗੱਲ ਕੀਤੀ। ਕਹਿੰਦੀ ਉਹ ਇਹ ਕਹਿਣਾ ਚਾਹੁੰਦਾ ਲੋਕਾਂ ਨੂੰ, ਸਾਡੇ ਗਵਰਨਰ ਸਾਹਿਬ, ਕਿ ਸ਼ੇਅਰ
शेर आ गया, शेर आ रहा है, शेर आ रहा है, शेर आ रहा है कि सारे घर के अंदर घुस जाए। वो शेर आ रहा है नहीं आ रहा उसको खुद को भी नहीं पता। वो सिर्फ एक डर, देखो जी मुझे और बढ़ाने पड़ जाएंगे, देखो जी मैं एक लिमिट को क्रॉस कर जाऊंगा लेकिन मेरे को इन्फ्लेशन नीचे आनी है। ये डर दिमाग के अंदर लोगों के अंदर लाना भी बहुत बड़ा कई बार काम कर जाता है। ये बेंजामिन ताल के डायलॉग है जो आपकी बात से बिल्कुल सहमत हो रहे हैं। आना के नहीं आना, नहीं आना होते किसी ने भी नहीं पता, किसी ने भी नहीं पता। सिर्फ वो ये जो कई बार जो इनके जो कमेंट्स आ जाते हैं बड़े स्ट्रांग, वो एक जिसको कहते हैं एक आगाह करने वाली बात होती है। हाँ देवगी संभल जाओ भाई, नहीं तो मैं कितने तक चला जाऊंगा, आगे तक चला जाऊंगा। दिस इज व्हाट हैपनिंग। एक्चुअली पता किसी नहीं है लेकिन मैं हुणे ਤੁਹਾਨੂੰ ਕਿਹਾ ਮੈਨੂਅਲ ਦੀ ਜਿਹੜੀ ਡੋਨਲਡ ਹੈਗੀ ਉਹਦੇ ਕਮੈਂਟਸ ਹੁਣੇ ਆਏ ਸੀਗੇ ਕਿ ਵੀ 3rd ਕੁਆर्टर ਤੱਕ ਉਹਨੂੰ ਅਗਰ ਇਸ ਤਰ੍ਹਾਂ ਹਾਲਤ ਚੱਲੇ ਤੇ ਉਹਨੂੰ ਲੱਗਦਾ ਹੈਗਾ ਕਿ 3rd ਕੁਆर्टर ਆਫ ਦਿਸ ਈਅਰ ਵੀ ਮੇ ਸੀ ਰਿਸੈਸ਼ਨ ਇਨ ਦਿਸ ਕੰਟਰੀ, ਜਿਹਨੂੰ ਕਿ ਉਹਦੇ ਉੱਤੇ ਹਾਮੀ ਜਿਹੜੀ ਪੜੀ CIBC ਦੇ ਤਾਲ ਸਾਹਿਬ ਨੇ ਵੀ ਇਹੀ ਗੱਲ ਕੀ ਹੈ ਕਿ ਵੀ ਅਗਰ ਉਹਨੂੰ ਆਪਸ਼ਨ ਦਿੱਤੀ ਜਾਏ ਤਾਂ ਉਹ ਕਹਿਣਗੇ ਜੀ ਵਿਲ ਗੋ ਫॉर द ਰਿਸੈਸ਼ਨ। ਜੀ ਪੀਕੇ ਜੀ ਇੱਕ ਕਾਲ ਲੈ ਲਈ ਜੇ ਤੁਸੀਂ ਇਜਾਜ਼ਤ ਦਿਓ ਤੇ। ਜੀ ਵੈਲਕਮ ਜੀ, ਰੇਡੀਓ ਤੇ ਸਵਾਗਤ ਹੈ ਸਰ, ਕੌਣ ਸਾਹਿਬ ਹੋ ਰਹੇ ਹੋ? जी अनवर बोल रहे हैं। पीके जी की हाल जी? थैंक यू सर अनवर साहब, थैंक यू सर। मैं सिर्फ पीके साहब कोई ना मैं घर कदी खरीदना क्योंकि अफोर्ड नहीं कर सकते, लेकिन ਤੁਹਾਡਾ ਮੈਂ ਬੁੱਧ ਨੂੰ ਰੈਗੂਲਰ ਸੁਣਦਾ ਤੇ ਤੁਸੀਂ ਇਹਨਾਂ ਨੇ ਕਹਿਣਾ ਮੇਰੀ ਉਨੀ ਉਮਰ ਨਹੀਂ ਜਿੰਨਾ ਇਹਨਾਂ ਦਾ ਤਜਰਬਾ ਹੈ। ਮੇਰਾ ਖਿਆਲ ਹੈ ਤੁਸੀਂ ਬਾਈ ਬਰਥ ਹੀ ਰੇਅਰ ਸਰਜਨਸ ਹੋ। ਥੈਂਕ ਯੂ ਵੈਰੀ ਮਚ ਸਰ। ਮਤਲਬ ਮੇਰੇ ਬਲੱਡ ਹੀ ਹੈਗਾ ਲੱਗਦਾ। ਪੀਕੇ ਸਾਹਿਬ ਗੱਲ ਇਹ ਹੈ ਕਿ ਵੀ ਜਦੋਂ ਕਮਾਂਡ ਪੂਰੀ ਹੋਵੇ ਨਾ ਤੇ ਗੱਲ ਅਗਲੇ ਦੀ ਸੁਣਨ ਦਾ ਮਜ਼ਾ ਵੀ ਆਉਂਦਾ ਤੇ ਜਿਵੇਂ ਕਈ ਫਨਕਾਰ ਕਹਿੰਦੇ ਨਾ ਜੀ ਅਸੀਂ ਬਾਈ ਬਰਥ ਹੀ ਫਨਕਾਰ ਸਾਂ ਤੇ ਸਾਡੇ ਪਾਕਿਸਤਾਨ 'ਚ ਇੱਕ ਵਕੀਲ ਹੈ ਉਹਦੇ ਕੋਲ ਅੱਜ ਤੱਕ ਇੱਕ ਕੇਸ ਵੀ ਨਹੀਂ ਗਿਆ। ਔਰ ਜੀ ਤੁਹਾਡਾ ਤਜਰਬਾ ਕਿੰਨਾ? 25 ਸਾਲ। ਜੀ ਤੁਹਾਡੀ ਉਮਰ ਕਿੰਨੀ ਹੈ? 25 ਸਾਲ। ਜੀ ਇਹ ਕਿਵੇਂ ਹੋ ਸਕਦਾ ਹੈ? ਕਿਵੇਂ ਬਾਈ ਬਰਥ ਵਕੀਲ ਹੈ? ਤੇ ਗੱਲ ਇਹ ਹੈ ਕਿ ਤੁਸੀਂ ਬਾਈ ਬਰਥ ਹੀ ਜਿਹੜਾ ਨਾ ਇਸ ਨੌਲੇਜ ਜਿਹੜਾ ਨਾ ਦੂਸਰੇ ਨੂੰ ਅਟਰੈਕਟ ਵੀ ਕਰਦਾ ਹੈ ਤੇ ਗੱਲ ਸੁਣਨ ਦਾ ਮਜ਼ਾ ਵੀ ਆਉਂਦਾ। ਮੈਂ ਸਿਰਫ ਤੁਹਾਡੇ ਐਪਰੀਸ਼ੀਏਸ਼ਨ ਲਈ ਫੋਨ ਕੀਤਾ ਤੇ ਥੈਂਕ ਯੂ ਮੇਰੇ ਵੀਰ ਨੇ ਕਾਲ ਤੇ ਤੁਹਾਡੀ ਮਕਾਨ ਖਰੀਦਣਾ ਤੇ ਚਲੋ ਉਹ ਪਲੈਨਿੰਗ ਹੋ ਜਾਏਗੀ ਕਮ ਸਮ ਟਾਈਮ। ਅੱਲਾ ਖੁਸ਼ ਰੱਖੇ ਪੀਕੇ ਸਾਹਿਬ, ਤੁਹਾਡੀਆਂ ਗੱਲਾਂ ਇੰਨੀਆਂ ਮਜ਼ੇਦਾਰ। ਮੈਂ ਸੈਮੀਨਾਰ ਕੀਤੇ ਸੀਗੇ, ਤੁਸੀਂ ਆਏ ਮੇਰੇ ਸੈਮੀਨਾਰ ਤੇ? ਨਹੀਂ, ਉਹ ਕਿਸੇ ਵੇਲੇ ਤੁਸੀਂ ਉਹ ਖਵਾਓਗੇ ਨਾ ਗੁਲਾਬ ਜਾਮਨ, ਤੁਸੀਂ ਕਹਿੰਦੇ ਮੈਂ 100 ਤੋਂ ਥੱਲੇ ਨਹੀਂ ਬਣਾਉਂਦਾ, ਘਰ ਸਾਡੀ ਭਾਬੀ ਨਹੀਂ ਬਣਾਉਂਦੀ, ਤਾਂ ਕਿਸੇ ਵੇਲੇ ਉਹ ਬਣਾਓਗੇ ਤੇ ਫਿਰ ਆਵਾਂਗੇ। ਉਹ ਮੇਰੇ ਬੇਟੇ ਦਾ ਬਰਥਡੇ ਹੁੰਦਾ ਹੈ 12 ਜਨਵਰੀ ਦਾ ਤੇ ਉਹ ਮੇਰੀ ਵਾਈਫ ਜੋ ਹੈ ਪੁਰਾਣੀ ਚੱਲ ਰਹੀ ਹੈ ਜਦ ਮੇਰਾ ਬੇਟਾ is almost 40 years। ਨਹੀਂ ਜੀ ਨਹੀਂ, ਉਹ ਤੁਸੀਂ ਵਾਕਈ ਸਾਡੀ ਫੈਮਿਲੀ ਦੀ ਕਰਾਂਗੇ ਔਰ ਮੈਂ ਮੈਨੂੰ ਖੁਦ ਹੀ ਨਹੀਂ ਯਾਦ ਰਹਿੰਦਾ। ਕਿਸੇ ਦਿਨ ਹੋਰ ਸੁਣਾ ਬੁੱਧ ਨੂੰ ਤੁਹਾਡੇ ਕਮੈਂਟਸ ਜਿਹੜੇ ਨਾ ਬੜੇ ਮਜ਼ੇਦਾਰ ਹੁੰਦੇ ਔਰ ਕੁਛ ਨਾ ਕੁਛ ਗੇਨ ਕਰੀਦਾ, ਮਜ਼ਾ ਆਉਂਦਾ ਤੁਹਾਡੀ ਗੱਲ ਸੁਣਾ। ਕੀਪ ਇਟ ਅਪ। ਥੈਂਕ ਯੂ, ਗॉड ਬlesਸ ਯੂ ਸਰ। ਥੈਂਕ ਯੂ ਜੀ। ਪੰਕਜ ਜੀ ਕੀ ਕਹਿਣਾ ਚਾਹੋਗੇ ਸਰ ਇਸ ਦੇ ਬਾਰੇ? ਕੁਝ ਰਿਸੈਸ਼ਨ ਹੋਣਾ ਹੈ ਤੇ ਸਰ ਦੱਸ ਦਿਓ, ਡਰਾ ਕੇ ਜਿਹੜਾ ਸਾਹ ਸੁੱਕੇ ਪਏ ਨੇ ਸਰ, ਇਹਦੇ ਬਾਰੇ ਥੋੜਾ ਜਿਹਾ ਤੁਸੀਂ ਵੀ ਕਲੀਅਰ ਕਰ ਦਿਓ। ਐਕਚੁਅਲੀ ਕੀ ਸੀਗਾ ਗੁਰਦੀਪ ਜੀ, ਜਦੋਂ ਇਹਨਾਂ ਨੇ ਜਨਵਰੀ ਚ ਰੋਕਿਆ ਸੀਗਾ ਇੰਟਰਸਟ ਰੇਟ, ਅਗਰ ਉੱਥੇ ਜਾ ਕੇ ਇਨਫਲੇਸ਼ਨ ਰੁਕ ਜਾਂਦੀ ਔਰ ਇਹ ਚੀਜ਼ਾਂ ਘਰਾਂ ਚ ਦੁਬਾਰਾ ਅੱਗ ਨਹੀਂ ਲੱਗਦੀ ਤਾਂ ਅਸੀਂ ਰਿਸੈਸ਼ਨ ਨੂੰ ਬਾਈਪਾਸ ਕਰ ਸਕਦੇ ਸੀ ਉਸ ਸਿਚੁਏਸ਼ਨ ਚ। ਲੇਕਿਨ ਹੁਣ ਦੁਬਾਰਾ ਤੋਂ ਉਹਨਾਂ ਦੇ ਹੱਥ ਬੰਨ੍ਹੇ ਜਾ ਚੁੱਕੇ ਨੇ, ਉਹਨਾਂ ਨੂੰ ਇੰਟਰਸਟ ਰੇਟ ਫੇਰ ਤੋਂ ਵਧਾਉਣਾ ਪੈ ਰਿਹਾ ਹੈ। ਹੁਣ ਅਗਰ ਉਹ ਰੇਟ ਐਸੇ ਤਰ੍ਹਾਂ ਵਧਾਉਂਦੇ ਚਲੇ ਗਏ ਔਰ ਉਹਨਾਂ ਨੂੰ ਵਧਾਉਣਾ ਪਵੇਗਾ ਕਿਉਂਕਿ ਹਲੇ ਵੀ ਸਾਡੀ ਇਕੋਨਮੀ 'ਚ ਬਹੁਤ ਸਟਰੈਂਥ ਹੈਗੀ। ਸੋ ਉਸ ਇਕੋਨਮੀ ਦੀ ਸਟਰੈਂਥ ਹਵਾ ਕੱਢਣ ਵਾਸਤੇ ਇੰਟਰਸਟ ਰੇਟ ਵਧਾਉਣੇ ਚਲੇ ਜਾਣਗੇ ਔਰ ਹਵਾ ਨਿਕਲ ਜਾਏਗੀ ਸਰ। ਔਰ ਚਾਂਸਸ ਆਰ ਨਾਓ ਵੈਰੀ ਹਾਈ ਕਿ ਅਸੀਂ ਰਿਸੈਸ਼ਨ 'ਚ ਜਾ ਸਕਦੇ ਹਾਂ। तो देखते हैं सर, लेकिन हुन मतलब वो शेर आएगा वाली सिचुएशन नहीं है। हुन सानू दाड़ मारदा ना शेर, उनकी आवाज आनी शुरू हो गई है। हुन देखते हैं कि वो आवाज किवें नजदीक आती है, वो सिचुएशन हो गई है सर। बिल्कुल रोलर कोस्टर वांग ना, कदी ऊपर चला गया बस हुण आया फिर थले नहीं हुण नहीं आएगा सर। कदी कहते सॉफ्ट लैंडिंग, कदी हार्ड लैंडिंग। सो ये लैंडिंग सर हो नहीं रही सर। लोग बड़े परेशान है, लोग तो दुखी होए पे ने क्योंकि जी वैसे पीके जी ने आज बड़ी सही जी सोच रहे हैं कि ਜਿਹੜਾ ਕਦੀ ਇਸ ਤਰ੍ਹਾਂ ਸੋਚਿਆ ਹੀ ਨਹੀਂ ਕਿ ਆਖਰ ਇੱਥੇ ਤੱਕ ਅਸੀਂ ਪਹੁੰਚੇ ਕਿਸ ਤਰ੍ਹਾਂ। ਸਰ ਸਭ ਤੋਂ ਵੱਡਾ ਖਰਚ ਜਿਹੜਾ 60-70% ਤੱਕ ਤੇ ਲੋਕ ਤੇ ਸਿਰਫ ਆਪਣੇ ਘਰਾਂ ਦੀਆਂ ਪੇਮੈਂਟਸ ਦੇ ਕੇ ਤੇ ਆਪਣੇ ਗੱਡੀ ਦੀ ਇੰਸ਼ੋਰੈਂਸ ਵਗੈਰਾ ਦੇ ਕੇ ਸਾਰਾ ਕੁਝ ਉਹਨਾਂ ਦਾ ਖਤਮ ਹੋ ਜਾਂਦਾ, ਜਦ ਕਿ ਹੁਣ ਇਸ ਤਰ੍ਹਾਂ ਚਾਹੀਦਾ ਸੀ ਕਿ 30% ਦੇ ਕਰੀਬ ਉਹਨਾਂ ਦਾ ਸਾਰੇ ਹਾਊਸ ਹੋਲਡ ਜਿੰਨੇ ਐਕਸਪੈਂਸ ਆ ਉਹ ਹੋ ਜਾਣੇ ਚਾਹੀਦੇ ਸੀ ਆਈਡੀਅਲ ਸਿਚੁਏਸ਼ਨ 'ਚ। ਸੋ ਸਰ ਇੱਥੇ ਤੱਕ ਹੁਣ ਸਰਕਾਰ ਨੇ ਲੈ ਕੇ ਆਂਦਾ ਤੇ ਹੁਣ ਜਿਸ ਤਰ੍ਹਾਂ ਪੀਕੇ ਜੀ ਨੇ ਕਿਹਾ ਕਿ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਡਿਸਕਰੇਜ ਕੀਤਾ ਜਾਏ। ਚਲੋ ਠੀਕ ਹੈ, ਇੱਕ ਦੀ ਪ੍ਰਾਪਰਟੀ 2 ਵੀ ਠੀਕ ਹੈ ਮੈਕਸਿਮਮ। ਹੁਣ ਜੇ ਕਈ ਵਾਰ ਸੁਣਦੇ ਆ ਕਿ 10-10 12-12 ਤੇ ਅਨਬਿਲੀਵੇਬਲ ਲੋਕ ਜਿਹੜੇ ਉਹ ਬੇਸਮੈਂਟ ਵੀ ਕਈ ਵਾਰ ਅਫੋਰਡ ਨਹੀਂ ਹੁੰਦੇ। ਚਲੋ ਕਿਸੇ ਦੀ ਆਪਣੀ ਹਿੰਮਤ ਆ, ਕਿਸੇ ਨੇ ਕਰ ਲਿਆ।
ਲੇਕਿਨ ਇਹ ਸਿਚੁਏਸ਼ਨ ਜਿਹੜੀ ਹੈ ਇੱਕ ਆਈਡੀਅਲ ਕੰਟਰੀ ਵਾਸਤੇ ਜਾਂ ਜਿਹੜੇ ਜਿਸ ਤਰ੍ਹਾਂ ਕੈਨੇਡਾ ਇੱਕ ਬੜਾ ਡੈਸਟੀਨੇਸ਼ਨ ਫੇਵਰਿਟ ਡੈਸਟੀਨੇਸ਼ਨ ਹੈ ਪੂਰੇ ਵਰਲਡ ਦੇ ਵਿੱਚ, ਲੋਕ ਜਿੱਥੇ ਵੀ ਹੋਣ ਉਹ ਕਹਿੰਦੇ ਨੇ ਕਿ ਚਲੋ ਉੱਥੇ ਜਾ ਕੇ ਆਰਾਮ ਦੇ ਨਾਲ ਜ਼ਿੰਦਗੀ ਬਿਤਾਵਾਂਗੇ। ਸੋ ਆਰਾਮ ਦੇ ਨਾਲ ਜ਼ਿੰਦਗੀ ਬਿਤਾਉਣ ਵਾਲਾ ਕੰਮ ਜਿਹੜਾ ਉਹ ਮੈਨੂੰ ਹੁਣ ਲੱਗ ਨਹੀਂ ਰਿਹਾ। ਸਰ ਇਹਦੇ ਬਾਰੇ ਕੁਝ ਹੋਰ ਐਡ ਕਰਨਾ ਤੇ ਉਹ ਵੀ ਕਰ ਦਿਓ। ਸਰ ਮੈਂ ਜਦ ਇਹ ਗੱਲ ਹੁੰਦੀ ਹੈ ਨਾ ਤੇ ਮੈਨੂੰ ਫਿਰ ਬਜ਼ੁਰਗਾਂ ਦੀ ਗੱਲ ਯਾਦ ਆ ਜਾਂਦੀ ਹੈ, ਜਿਹੜੀ ਮੋਗਾ ਸਾਹਿਬ ਵੀ ਕਈ ਵਾਰ ਐਗਜ਼ਾਮਪਲ ਦਿੰਦੇ ਨੇ, ਪੁੱਤਰ ਆਪਣੀ ਚੱਦਰ ਦੇ ਅੰਦਰ ਪੈਰ, ਚੱਦਰ ਤੋਂ ਜ਼ਿਆਦਾ ਪੈਰ ਨਾ ਫੈਲਾਈ, ਠੀਕ ਹੈ ਨਾ। ਜਿਹੜੇ ਲੋਕੀ ਉਸ ਫਾਰਮੂਲੇ ਬਜ਼ੁਰਗਾਂ ਦੀ, ਸਾਰੇ ਵੀ ਬਜ਼ੁਰਗ ਇਹੀ ਗੱਲ ਕਰਦੇ ਹੁੰਦੇ ਸੀ ਕਿ ਆਪਣੀ ਹਿੰਮਤ ਤੋਂ ਜ਼ਿਆਦਾ ਕੰਮ ਅੱਗੇ ਨਾ ਵਧੋ, ਨਥਿੰਗ ਵਿਲ ਇੰਪੈਕਟ ਯੂ, ਤੁਹਾਡੇ ਤੇ ਕਿਸੇ ਦਾ ਅਸਰ ਹੋਣਾ ਹੀ ਨਹੀਂ। ਤੁਸੀਂ ਪ੍ਰੋਪਰ ਗਰਮ ਕੱਪੜੇ ਪਾ ਕੇ ਨਿਕਲੇ ਹੋ, ਠੰਡ ਹੋ ਗਈ, ਤੁਸੀਂ ਤਿਆਰ ਹੋ ਕੇ ਨਿਕਲੇ ਹੋ। ਮਤਲਬ ਮੇਰਾ ਕਹਿਣਾ ਹੈਗਾ ਕਿ ਤੁਸੀਂ ਅਗਰ ਆਪਣੀ ਲਿਮਿਟੇਸ਼ਨ ਵਿੱਚ ਹੈਗੇ ਹੋ, ਸਰ ਚਲੋ ਮੈਂ ਆਪਣਾ ਹੀ ਐਗਜ਼ਾਮਪਲ ਦੇ ਦੇਣਾ, ਮੈਨੂੰ ਤੁਹਾਨੂੰ ਲੱਗਦਾ ਮੈਨੂੰ ਫਰਕ ਨਹੀਂ ਪਿਆ, ਮੈਨੂੰ ਵੀ ਤਾਂ ਬੜਾ ਭਾਰੀ ਫਰਕ ਪਿਆ ਹੈਗਾ ਜਿਹੜੀ ਮੇਰੀ ਇਨਵੈਸਟਮੈਂਟ ਪ੍ਰਾਪਰਟੀਜ਼ ਨੇ। ਪਰ ਸਵਾਲ ਇਹ ਹੈ ਕਿ ਪਲੈਨਿੰਗ ਅਗਰ ਤੁਸੀਂ ਢੰਗ ਨਾਲ ਕੀਤੀ ਹੈ ਔਰ ਹਿੰਮਤ ਤੋਂ ਜ਼ਿਆਦਾ, ਔਕਾਤ ਤੋਂ ਜ਼ਿਆਦਾ, ਮੈਂ ਔਕਾਤ ਵਰਡ ਜਾਣ ਕੇ ਯੂਜ਼ ਕਰਨਾ ਤਾਂ ਕਿ ਲੋਕੀ ਜਿਹੜੇ ਜ਼ਿਆਦਾ ਵੱਧ ਰਹੇ ਨੇ ਉਹਨਾਂ ਨੂੰ ਮੇਰੀ ਗੱਲ ਤੋਂ ਗੁੱਸਾ ਆਏ, ਤੇ ਜਦੋਂ ਜ਼ਿਆਦਾ ਪੈਰ ਫੈਲਾਣਾ, ਉਹਨਾਂ ਨੇ ਦੁਖੀ ਹੋਣਾ ਹੀ ਹੋਣਾ। ਉਹ ਉਹਨਾਂ ਨੇ ਬਹਾਨੇ ਫਿਰ ਕੀ ਮਾਰਨੇ ਨੇ, ਰਿਸੈਸ਼ਨ ਆ ਗਿਆ, ਫਿਰ ਬਹਾਨੇ ਕੀ ਮਾਰਨੇ, ਇਨਫਲੇਸ਼ਨ ਆ ਗਿਆ, ਫਿਰ ਬਹਾਨੇ ਕੀ ਮਾਰਨੇ ਨੇ, ਮਾਰਕੀਟ ਬੜੀ ਖਰਾਬ ਹੋ ਗਈ, ਫਿਰ ਬਹਾਨੇ ਕੀ ਮਾਰਨੇ ਨੇ, ਸਰਕਾਰ ਖਰਾਬ ਹੈ। ਪਰ ਜਿਹੜਾ ਬੰਦਾ ਜ਼ਮੀਨ ਤੇ ਬੈਠਾ ਹੈ ਆਲਰੇਡੀ, ਉਹ ਗਿਰ ਨਹੀਂ ਸਕਦਾ। ਜਿਹੜਾ ਤੇਜ਼ ਤੇਜ਼ ਸੀੜੀਆਂ ਚੜ ਰਿਹਾ ਉਹ ਹੀ ਗਿਰੇਗਾ ਨਾ ਸਰ। ਪਰ ਜਿਹੜਾ ਬੰਦਾ ਪਹਿਲੇ ਹੀ ਜ਼ਮੀਨ ਤੇ ਬੈਠਾ ਹੋਇਆ ਉਹ ਕੀ ਗਿਰੇਗਾ? ਜ਼ਮੀਨ ਤੇ ਬੈਠਣ ਦਾ ਮਤਲਬ ਹੈਗਾ ਆਪਣੀ हैसियत के सामने ਜਿਹੜਾ ਬੰਦਾ ਚੱਲ ਰਿਹਾ है। मैनू किसी ने क्या, कोई कहता है आपको इंटरेस्ट का कितना फर्क पड़ा, मैं कहा मेरे को तो छोड़ो, जिसने किसी का देने नहीं है उसको फर्क पड़ा ही नहीं, और जिसने देना है और जितने हिम्मत से ज्यादा देना है उसको सबसे ज्यादा असर पड़ा। सुसाइड भी होती है, घर में झगड़े भी होते हैं, डिवोर्स भी हो जाते हैं, बच्चों से भी नहीं बनती। उसकी जड़ तंगी, कलह, कलह आती है तंगी से, मतलब और भी रीजन होते हैं, आई एग्री, लेकिन जो तंगी है वो सारी चीजों का जड़ है। फादर का मूड खराब, अम्मी से लड़ पड़ा, बच्चे उनको देख रहे हैं, दिक्कत क्या आ रही है, कल मौत की जानी है, क्या होगा ये। यानी कि अगर आदमी अपनी हिम्मत के अंदर रहे और दिखावा ना करे, और मैंने पिछले सेमिनार में भी कहा था घर खरीदे मकान ना खरीदे, तो उसको प्रॉब्लम हो ही नहीं सकती सर, हो ही नहीं सकती प्रॉब्लम। बात ये है कि हम दिखावे में मर जाते हैं और इन सब चीजों के इर्द गिर्द हम आने के बाद फंस जाते हैं, बाद में ब्लेम लोगों को देना शुरू कर देते हैं, बाद में लोगों को ब्लेम करते हैं और अपने आप को देखते नहीं। मेरे को पिछले सेमिनार में मैंने एक 4-2 लाइनें बोली थी, लोगों को बहुत पसंद आई थी। उम्र भर गालिब यही भूल करता रहा, धूल चेहरे पे थी और आईना साफ करता रहा। तो मेरे हिसाब से ये रिसेशन, इन्फ्लेशन, ये वो चीजें उन लोगों के लिए बिल्कुल भी नहीं है, या बिल्कुल थोड़ी है जो अपनी हैसियत के हिसाब से चल रहे हैं। और ये हवा का झोंका आते उड़ जाते हैं वो लोग जो दिखावे में पड़े हुए हैं। मेरा घर, उसकी साड़ी मेरी साड़ी से सफेद क्यों, उसका घर मेरे घर से बड़ा क्यों, उसकी कार मेरे घर से बड़ी क्यों या अच्छी क्यों, ये अपने लिए खड्डे खोद देते हैं। मेरा इस बात का ये जवाब है, अपनी हैसियत के हिसाब से रहो, आपका कोई भी दुनिया में कुछ नहीं बिगाड़ सकता फाइनेंशियली, इट इज माई प्रॉमिस टू यू। सर पीके जी बहुत ਵਧੀਆ ਆਨਸਰ ਹੈ। ਪੰਕਜ ਜੀ ਤੋਂ ਵੀ ਮੈਂ ਜ਼ਰੂਰ ਇਹਦਾ ਆਨਸਰ ਪੁੱਛਣਾ ਚਾਹਾਂਗਾ, ਲੇਕਿਨ ਇੱਕ ਛੋਟੀ ਜੀ ਗੱਲ ਮੈਂ ਵਿੱਚ ਐਡ ਕਰਦਾ। ਤੁਸੀਂ ਦਿਖਾਵੇ ਦੀ ਗੱਲ ਕਰ ਰਹੇ ਹੋ ਸਰ, ਕਿਸੇ ਦੀ ਮੈਰਿਜ ਤੇ ਚਲੇ ਗਏ, ਉੱਥੇ ਕਿਸੇ ਹੋਰ ਕਮਿਊਨਿਟੀ ਤੋਂ ਇੱਕ ਫੈਮਿਲੀ ਬੈਠੀ ਸੀ ਬਿਲਕੁਲ ਸਾਡੇ ਵਾਲੇ ਟੇਬਲ ਦੇ ਉੱਪਰ ਹੀ। ਸਰ ਉਹ ਜਦੋਂ ਸਾਡੇ ਆਪਣੇ ਥੋੜਾ ਜਿਹਾ ਇੱਕ ਦਾ ਪੈਗ ਲੱਗ ਗਿਆ ਤੇ ਫਿਰ ਉਹਨਾਂ ਨੇ ਨਾ ਜਿਹੜੇ $1 ਦੇ ਨੋਟ ਸੀ ਨਾ US ਦੇ, ਉਹ ਉਛਾਲਣੇ ਸ਼ੁਰੂ ਕਰ ਦਿੱਤੇ। ਤੇ ਲਿਟਰਲੀ ਮੈਂ ਜਿਹੜੇ ਸਾਡੇ ਲਾਗੇ ਫੈਮਿਲੀ ਬੈਠੀ ਸੀ ਕਿਸੇ ਹੋਰ ਕਮਿਊਨਿਟੀ ਤੋਂ, ਉਹਦਾ ਸਰ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਨੇ ਮੂੰਹ ਅੱਡਿਆ ਗਿਆ। ਸਰ ਉਹ ਕਹਿ ਰਹੀ ਸੀ ਕਿ ਇੰਨਾ ਪੈਸਾ ਕਹਿੰਦੀ ਇਹਨਾਂ ਕੋ ਆਇਆ ਕਿੱਥੋਂ ਕਿ ਜਿਹੜਾ ਉਡਾ ਰਹੇ ਨੇ। ਸੋ ਮੈਨੂੰ ਬੜਾ ਹਸਾਇਆ, ਮੈਂ ਕਿਹਾ ਇਹ ਤੇ ਬੜੀ ਨਾਰਮਲ ਚੀਜ਼ ਆ, ਆਪਣੇ ਤੇ ਬਿਲਕੁਲ ਨਾਰਮਲ ਹੀ ਚੱਲ ਰਿਹਾ, ਲੇਕਿਨ ਉਹਨਾਂ ਵਾਸਤੇ ਇਹ ਬੜੀ ਅਜੀਬ ਗੱਲ ਸੀ ਕਿਉਂਕਿ ਉਹ ਥੋੜਾ ਚਿਰ ਹੀ ਹੋਇਆ ਸੀ ਹਲੇ ਉਹਨਾਂ ਨੂੰ ਕੈਨੇਡਾ ਚ ਆਇਆ। ਸੋ ਸਰ ਸ਼ੋਅ ਆਫ ਜਿਹੜਾ ਹੈ ਇਹ ਸੱਚਮੁੱਚ ਹੀ ਬੜੇ ਲੋਕਾਂ ਦਾ ਇਹਨੇ ਸਤਿਆਨਾਸ਼ ਕੀਤਾ ਹੈ। ਜੀ ਪੰਕਜ ਜੀ। ਮੇਰੇ ਨਾਲ ਹੋਇਆ ਸਰ, ਗੁਰਦੀਪ ਜੀ, ਆਮ ਸੋ ਸੌਰੀ ਟੂ ਇੰਟਰਪਟ, ਮੇਰੇ ਨਾਲ ਹੋਇਆ ਲਗਭਗ 5-1 ਸਾਲ ਪੁਰਾਣੀ ਗੱਲ ਹੈਗੀ। ਮੇਰੇ ਕੋਲੋਂ ਕਿਸੇ ਨੇ ਉਧਾਰ ਮੰਗਿਆ, ਬਹੁਤ ਕਲੋਜ਼ ਸੀਗਾ ਤੇ ਮੈਂ ਮਨਾ ਨਹੀਂ ਕਰ ਸਕਦਾ ਸੀਗਾ, ਔਰ ਵੱਡਾ ਅਮਾਉਂਟ ਵੀ ਨਹੀਂ ਸੀਗਾ, ਓਨਲੀ $15,000 ਕਿ ਮੈਂ ਦੇ ਦੇ, ਮੈਂ ਤੁਹਾਨੂੰ ਦਿਆਂਗਾ ਸਾਲ ਬਾਅਦ। ਦੇਤਾ ਉਹ 15,000 ਲੈਣ ਦੇ ਬਾਅਦ ਨਾ ਸਰ, ਸਿਰਫ 2-3 ਮਹੀਨੇ ਬਾਅਦ ਹੀ ਇਨਵੀਟੇਸ਼ਨ ਆ ਗਿਆ ਉਹਦੇ ਮੁੰਡੇ ਦਾ ਵਿਆਹ ਹੈ। ਚਲੋ ਜੀ, ਮੈਨੂੰ ਕੋਈ ਦਿਮਾਗ 'ਚ ਨਹੀਂ ਗੱਲ, ਪਰ ਜਿਸ ਵਕਤ ਅਸੀਂ ਵਿਆਹ ਅਟੈਂਡ ਕੀਤਾ, ਉਹ ਵਿਆਹ ਕਰ ਰਹੇ ਹੈ ਮਿਲੀਅਨਰ ਦੇ ਹਿਸਾਬ ਨਾਲ, ਵੱਡੀ ਵੱਡੀ ਗੱਡੀਆਂ ਆ ਰਹੀਆਂ ਨੇ, ਉਹ ਬਾਰਟੈਂਡਰਸ, ਦਿਸ ਐਂਡ ਦੈਟ, ਸ਼ੋ ਆਫ। मैं हैरान, मेरी वाइफ ने, मैं क्या है देख ला यार, देखो ए लोग मरनगे नहीं मरनगे। 15,000 मेरे को उधार लेके गया सीगा और ए विआह उत्ते लगता 30,000-40,000 खर्च करता है। ए कर की रहा है, की शो ऑफ करना की जाता है। मैं उन्होंने पूछा बाद में, यार तू इतना क्यों खर्च करता? कहता नहीं जी सोसाइटी में रुतबा भी होना चाहिए। मैं कहा जब मर जाएगा तो रुतबा तेरे नाल चला जाना है, तो की गल्लां करी जा रहे हैं। तो मतलब कि एवं लोग बड़े मिलणगे जिहड़े दिखावे के चक्कर इस गल का डर हैगा कि मेरा दिखावा कम ना हो जाए, ग्रुप में मैं सबसे ऊपर ही रहूं। ये जो दिखावा है ना, ये शो ऑफ है, ये आदमी को जीने नहीं देती।
जी ने नहीं देती। ए मैनू गल तुहाडी गल ते उत्ते याद आई, ए दिखावा जिहड़ा हैगा, जब आप ये सोच लोगे कि मेरे दोस्त को मेरी दोस्ती से मतलब है, मेरे घर से नहीं, मेरे मकान से नहीं, मेरी कार से नहीं, तो आपके पास जेन्युइन असली दोस्त आ जाएंगे, नकली सारे भाग जाएंगे। और यही हमें चाहिए कि दिखावा किस बात का। जो मेरे घर में आके जमीन में बैठ के कप चाय पी लेगा मेरे साथ, वही मेरा दोस्त है। जो कहेगा तेरा घर बड़ा छोटा है, फलाना ना करेगा, उसको तो वैसे ही मत आने दो, वो नेगेटिव है, उसकी वाइब्स ही नेगेटिव है, उसको तो वैसे ही पास मत आना, वो तुम्हारे को वैसे ही तरक्की नहीं होने देंगी उसकी वाइब्स। तो दीज आर वेरी इंपॉर्टेंट थिंग्स इन लाइफ सर। जी बिल्कुल बिल्कुल ठीक है पीके जी। पंकज जी ਅੱਜ ਥੋੜਾ ਜਿਹਾ ਇਨਵੈਸਟਮੈਂਟ ਬਾਰੇ ਵੀ ਥੋੜੇ ਜਿਹੇ ਤੁਹਾਡੇ ਜਿਹੜੇ ਵਿਚਾਰ ਉਹ ਜ਼ਰੂਰ ਲੈਣਾ ਚਾਹਾਂਗਾ ਸਰ। ਜਿਨ੍ਹਾਂ ਲੋਕਾਂ ਨੇ ਇਨਵੈਸਟਮੈਂਟ ਕਰਨੀ ਹੈ, ਕਿਉਂਕਿ ਸ਼ੇਅਰ ਮਾਰਕੀਟ ਦਾ ਵੀ ਮੈਨੂੰ ਲੱਗਦਾ ਆਲਮੋਸਟ ਸੇਮ ਸਿਨੈਰੀਓ ਹੀ ਹੈ ਕਿ ਜਦੋਂ ਥੱਲੇ ਹੋਵੇ ਉਦੋਂ ਤੁਸੀਂ ਐਂਟਰ ਕਰ ਜਾਓ। ਸਰ ਇਹਦੇ ਬਾਰੇ ਕੁਝ ਤੁਸੀਂ ਐਡ ਕਰਨਾ, ਇਨਫੋਰਮੇਸ਼ਨ ਦੇਣੀ, ਉਹ ਵੀ ਜ਼ਰੂਰ ਦਿਓ। 100% ਸਹੀ ਗੱਲ ਕਰ ਰਹੇ ਹੋ ਤੁਸੀਂ ਗੁਰਦੀਪ ਜੀ। ਹੁੰਦਾ ਕੀ ਹੈ ਕਿ ਨਾਰਮਲੀ ਲੋਕ ਕੀ ਕਰਦੇ ਨੇ ਕਿ ਜਦੋਂ ਵਧੀ ਹੁੰਦੀ ਹੈ ਨਾ ਚੀਜ਼, ਉਦੋਂ ਉਹਨਾਂ ਨੂੰ ਲੱਗਦਾ ਮੈਂ ਇਹ ਤਾਂ ਗੱਡੀ ਛੁੱਟ ਗਈ, ਹੁਣ ਫਟਾਫਟ ਖਰੀਦ ਲਵਾਂ। ਲੇਕਿਨ ਜਦੋਂ ਥੱਲੇ ਹੁੰਦੀ ਹੈ ਮਾਰਕੀਟ ਤਾਂ ਹਰੇਕ ਨੂੰ ਡਰ ਲੱਗਦਾ ਰਹਿੰਦਾ। ਹਰੇਕ ਨੂੰ ਨਹੀਂ ਲੱਗਦਾ, ਜਿਹੜਾ ਰੀਅਲ ਇਨਵੈਸਟਰ ਹੁੰਦਾ ਹੈ ਉਹ ਉਸ ਲਈ ਇਨਵੈਸਟ ਕਰਦਾ ਹੈ, ਉਸ ਲਈ ਪੈਸਾ ਪਾਉਂਦਾ ਉਹ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮਾਰਕੀਟ ਨੇ ਵਾਪਸ ਉੱਠ ਕੇ ਜਾਣਾ ਹੈ, ਕਿਉਂਕਿ ਉਹਨੇ ਤਾਂ ਇਨਵੈਸਟਮੈਂਟ ਕਰਨੀਆਂ ਨੇ। ਸੋ ਬੇਸਿਕਲੀ ਜਿਵੇਂ ਪੀਕੇ ਜੀ ਹੋਰੇ ਗੱਲ ਕਰ ਰਹੇ ਸੀ ਨਾ, ਹਵਾ 'ਚ ਜਿਹੜੇ ਇਨਵੈਸਟਰ ਹੁੰਦੇ ਨੇ ਉਹ ਹਵਾ ਨਾਲ ਹੀ ਉੱਡ ਜਾਂਦੇ ਨੇ। ਸੋ ਦੋਨੋਂ ਪਾਸੇ, ਚਾਹੇ ਰੀਅਲ estate ਹੋ ਜਾਵੇ, ਚਾਹੇ ਸਟਾਕ ਮਾਰਕੀਟ ਹੈ, ਜਿਵੇਂ ਮੈਂ ਇਹਨੂੰ ਹੈਂਡਲ ਕਰਦਾ ਜੀ ਫੰਡਸ ਦੇ ਥਰੂ ਐਂਡ ਆਲ, ਜੋ ਇਨਵੈਸਟਮੈਂਟ ਹੈਂਡਲ ਕਰਦਾ। ਸੋ ਇਹਦੇ 'ਚ ਵੀ ਜਿਹੜਾ ਰੀਅਲ ਇਨਵੈਸਟਰ ਹੈ ਉਹ ਹਮੇਸ਼ਾ ਕਮਾ ਕੇ ਨਿਕਲਦਾ ਹੈ। ਸੋ ਯੈਸ, ਔਰ ਇਹਦੇ 'ਚ ਇੱਕ ਹੋਰ ਮਜ਼ੇਦਾਰ ਚੀਜ਼ ਹੁੰਦੀ ਹੈ, ਅਗਰ ਮਾਰਕੀਟ ਥੱਲੇ ਜਾਵੇ ਚਾਹੇ ਉੱਪਰ ਜਾਵੇ, ਫਿਰ ਵੀ ਇਹ ਜਿਹੀਆਂ ਜਗ੍ਹਾ ਹੁੰਦੀਆਂ ਨੇ ਜਿੱਥੇ ਬਹਿ ਕੇ ਕਮਾਇਆ ਜਾ ਸਕਦਾ ਹੈ। तो अगर तुसी मार्केट च इन्वेस्ट करना चाह रहे हो, ये मिलो मैनू आके, मैं देखना चाहांगा तुहाडी की कैपेसिटी है, किन्ना तुसी इन्वेस्ट करना चाह रहे हो, की तुहाडी टाइम लाइन है, किन्ना तुसी कमाना चाह रहे हो, की तुहाडी एक्सपेक्टेशन ने ते किन्ना तुसी सह सकदे हो। इस सारी मतलब एक तरह की एक प्रोफाइल बनाई जाती है जी पहला। सो एक इन्वेस्टर प्रोफाइल बनाने कि किस हिसाब का पर्सन है, किन्ना इन्वेस्ट कर, जो भी मैं गल्लां कीने मैं रिपीट नहीं करना चाह रहा उस चीज़ नूं। सो उस हिसाब नाल असीं इन्वेस्ट करते हैं और उस हिसाब नाल ही असीं उहदे चों कमा भी सकते हो, क्योंकि अगर लॉन्गर टर्म इन्वेस्टमेंट है तो लॉन्गर टर्म जावांगे, शॉर्ट टर्म है, शॉर्ट टर्म वैसे जानी भी नहीं चाहिए। मैं हमेशा ये कहना कि अगर तुहाडे कोल 2.5 ਤੋਂ 3 ਸਾਲ ਇੰਨਾ ਕੁ टाइम चाहिए ही चाहिए, अगर उस तो थोड़ा टाइम हैगा है तो प्लीज मार्केट च ना जाओ। तुसी तुहाडे वास्ते मार्केट नहीं हैगी, तुसी उस बिल्कुल ना जाओ, क्योंकि कदे उल्टी पै गई और तुहानू पैसे की जरूरत है। सो वो बड़ा खतरनाक चीज हो सकती है साडे वास्ते। अगर तुहाडे कोल लंबा टाइम है तो ये मान के चलो कि तुसी विनर निकलोगे। सो फिर तुसी मार्केट नू एक्चुअली उहदे तो फायदा चक सकते हो। तो इस वास्ते अगर तुहाडे कोल 3 साल तो थोड़ा टाइम है तो सिक्योर भी अगर करना चाह रहे हो, अगर 3 साल तो थोड़ा टाइम है तो भी मिल सकते हो, क्योंकि ਅੱਜ ਦੀ ਡੇਟ 'ਚ ਇੰਟਰਸਟ ਰੇਟ ਵਧਣ ਦੀ ਵਜ੍ਹਾ ਨਾਲ ਸਾਡੇ ਕੋਲ ਸਰ ਓਪਨ ਅਕਾਊਂਟ ਮਤਲਬ ਸੇਫ ਹਾਈ ਇੰਟਰਸਟ ਸੇਵਿੰਗ ਅਕਾਊਂਟ 4.25% ਮਿਲਦਾ ਪਿਆ, ਓਪਨ ਪਿਆ। ਕੱਲ ਪੈਸਾ ਕੱਢਣਾ ਕੱਲ ਵਾਪਸ ਕੱਢ ਲਿਆ ਜੀ। ਇਹ ਕੋਈ GIC ਨਹੀਂ ਹੈ ਕਿ ਅਸੀਂ ਬਲੌਕ ਕਰ ਰਹੇ ਹਾਂ 6 ਮਹੀਨੇ ਵਾਸਤੇ, ਸਾਲ ਵਾਸਤੇ ਵੀ ਬਲੌਕ ਹੋ ਗਈ ਹੈ। ਤਾਂ ਉਹ ਵੀ ਚੀਜ਼ ਹੈਗੀ ਹੈ, ਉਹਦੇ 'ਚ ਇਨਵੈਸਟ ਕਰਨਾ ਤਾਂ ਵੀ ਗੱਲ ਕਰ ਸਕਦੇ ਹੋ। ਅਗਰ ਮਾਰਕੀਟ ਜਾਣਾ ਔਰ ਉਸ ਚੀਜ਼ ਦਾ ਤੁਸੀਂ ਲੌਂਗਰ ਟਰਮ 'ਚ ਫਾਇਦਾ ਚੱਕਣਾ ਚਾਹ ਰਹੇ ਹੋ, ਪੈਸੇ ਨੂੰ ਹੋਰ ਜ਼ਿਆਦਾ ਵਧਾਉਣਾ ਚਾਹ ਰਹੇ ਹੋ, ਤਾਂ ਉਸ ਵਾਸਤੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਨਾਲ ਗੁਰਦੀਪ ਜੀ ਅਗਰ ਕਿਸੇ ਤਰ੍ਹਾਂ ਦੀ ਵੀ, ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ, ਤਾਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਰਿਟਾਇਰਮੈਂਟ ਪਲੈਨਿੰਗ ਚਾਹੀਦੀ ਹੈ, ਸਟੇਟ ਪਲੈਨਿੰਗ ਅਸੀਂ ਕਰਦੇ ਹਾਂ, ਤੁਹਾਡੀ ਬਿਜ਼ਨਸ ਦੀ ਪਲੈਨਿੰਗ ਕਰਦੇ ਹਾਂ। ਬਿਜ਼ਨਸ 'ਚ ਅਗਰ ਪੈਸਾ ਪਿਆ ਹੈ ਤਾਂ ਉਹਨੂੰ ਕਿਵੇਂ ਯੂਜ਼ ਕੀਤਾ ਜਾਵੇ ਆਪਦੇ ਪਰਸਨਲ ਯੂਜ਼ ਵਾਸਤੇ, ਉਹਨੂੰ ਬਿਜ਼ਨਸ ਅਕਾਊਂਟ 'ਚੋਂ ਅਸੀਂ ਪੈਸਾ ਕਿਵੇਂ ਕੱਢ ਸਕਦੇ ਹਾਂ, ਕਿਵੇਂ ਉਹਨੂੰ ਆਪਦੇ ਪਰਸਨਲ ਯੂਜ਼ ਵਾਸਤੇ ਯੂਜ਼ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਵਾਸਤੇ। ਔਰ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ, ਚਾਹੇ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਹੈ, ਡਿਸੇਬਿਲਿਟੀ ਹੈ, ਵਿਜ਼ਿਟਰ ਹੈ, ਤੁਹਾਡੇ ਕੋਲ ਟਰਾਂਸਪੋਰਟ ਕੰਪਨੀ ਹੈ, ਤੁਸੀਂ ਡਿਸੇਬਿਲਿਟੀ ਲੈਣਾ ਚਾਹ ਰਹੇ ਹੋ ਆਪਦੇ ਡਰਾਈਵਰਸ ਵਾਸਤੇ, ਤੁਸੀਂ ਡਰਾਈਵ ਕਰਦੇ ਹੋ, ਤੁਹਾਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ ਵਾਸਤੇ ਵੀ ਮੈਨੂੰ ਕੰਟੈਕਟ ਕੀਤਾ ਜਾ ਸਕਦਾ ਹੈ। ਮੇਰਾ ਫੋਨ ਨੰਬਰ ਹੈ 6472851007। ਜੀ ਗੁਰਦੀਪ ਜੀ ਬਹੁਤ ਸ਼ੁਕਰੀਆ ਪੰਕਜ ਜੀ। ਪੀਕੇ ਜੀ ਮੈਂ ਤੁਹਾਡੇ ਵੱਲ ਆਵਾਂਗਾ। ਸਰ ਆਪਣਾ ਫੋਨ ਨੰਬਰ, ਆਪਣੀ ਸਰਵਿਸਿਜ਼ ਤੇ ਕੋਈ ਪ੍ਰੋਜੈਕਟ ਵਗੈਰਾ ਹੈ ਉਹ ਵੀ ਅਨਾਉਂਸ ਕਰ ਦਿਓ ਤੇ ਉਹਦੇ ਨਾਲ ਕਲੋਜ਼ਿੰਗ ਰਿਮਾਰਕਸ ਵੀ ਦੇ ਦਿਓ। जी सर, मेरा फोन नंबर है 6472994757 6472994757। किसी किस्म का प्रोजेक्ट, प्री कंस्ट्रक्शन,
ਰੀਸੇਲ, ਇਨਵੈਸਟਮੈਂਟਸ, ਲੈਂਡ, ਕਮਰਸ਼ੀਅਲ, ਇੰਡਸਟਰੀਅਲ, ਤੁਸੀਂ ਮੈਨੂੰ ਟੈਕਸਟ ਮੈਸੇਜ ਪਾ ਦਿਓ। ਦੈਟ ਇਜ਼ ਦਾ ਫਾਸਟੈਸਟ ਵੇ ਫॉर ਮਾਈ ਰਿਪਲਾਈ, ਕਿਉਂਕਿ ਮੇਰਾ ਫੋਨ ਜ਼ਿਆਦਾਤਰ ਫਾਰਵਰਡ ਹੁੰਦਾ ਬਿਕੋਜ਼ ਆਫ ਵੋਲਿਊਮ ਬਹੁਤ ਜ਼ਿਆਦਾ ਹੁੰਦੀ ਹੈ ਕਾਲਸ ਦੀ, ਤੇ ਆਈ ਹੈਵ ਟੂ ਫਾਰਵਰਡ। ਤੇ ਮੈਨੂੰ ਟੈਕਸਟ ਮੈਸੇਜ ਪਾਓਗੇ, ਯੂ ਵਿਲ ਗੈਟ ਰਿਸਪੌਂਸ ਇਮੀਡੀਏਟਲੀ। ਵਨ ਵਿੰਡੋ ਸਰਵਿਸ ਹੈ, ਮੈਨੂੰ ਆ ਕੇ ਮਿਲੋ ਔਰ ਵੀ ਵਿਲ ਪਲਾਨ ਫਰਮ ਦੇਅਰ। ਵੀ ਨੈਵਰ ਕਾਲ ਬੈਕ ਅਗੇਨ। ਅਸੀਂ ਦੱਸਦੇ ਹਾਂ ਕਿ ਤੁਹਾਨੂੰ ਮੀਟਿੰਗ ਕਰਨ ਬਾਅਦ ਅਸੀਂ ਕਾਲ ਬੈਕ ਨਹੀਂ ਕਰਦੇ, ਕਿਉਂਕਿ ਅਕਸਰ ਇਹ ਪ੍ਰੋਬਲਮ ਹੁੰਦੀ ਹੈ ਕਿ ਰੀਅਲਟਰ ਨੂੰ ਮਿਲੋ ਤਾਂ ਉਹਦੀ ਕਾਲਾਂ ਸ਼ੁਰੂ ਹੋ ਜਾਂਦੀਆਂ ਨੇ, ਤਾਂ ਅਸੀਂ ਕਾਲ ਹੀ ਨਹੀਂ ਕਰਦੇ ਅਨਲੈਸ ਤੁਸੀਂ ਕਹੋ ਕਿ ਜੀ ਹਾਂ ਜੀ ਅਸੀਂ ਕੱਲ ਦੱਸਾਂਗੇ, ਪਰਸੋਂ ਦੱਸਾਂਗੇ, ਉਹ ਅਲੱਗ ਗੱਲ ਹੈ। ਅਦਰਵਾਈਜ਼ ਵੀ ਨੈਵਰ ਕਾਲ ਯੂ ਬੈਕ। ਤੁਹਾਨੂੰ ਅਗਰ ਸਾਡੀ ਲੋੜ ਪਏਗੀ ਤੁਸੀਂ ਉਹਨੂੰ ਕਾਲ ਬੈਕ ਕਰ ਲੈਣਾ, ਅਦਰਵਾਈਜ਼ ਸਾਡੇ ਵੱਲੋਂ ਬੇਫਿਕਰ ਹੋ ਜਾਓ। ਅਸੀਂ ਤੁਹਾਨੂੰ ਆਪਣੀ ਸਲਾਹ ਦੇ ਕੇ ਭੇਜ ਦਿੰਦੇ ਹਾਂ, ਬਾਕੀ ਤੁਸੀਂ ਆਪਣਾ ਘਰ ਜਾ ਕੇ ਸੋਚੋ। ਐਂਡ ਪਲੱਸ ਵੀ ਆਰ ਆਲਸੋ ਹਾਇਰਿੰਗ ਏਜੰਟਸ। ਅਗਰ ਤੁਸੀਂ ਮੇਰੀ ਮੈਂਟੋਰਸ਼ਿਪ ਦੇ ਅੰਦਰ ਸਾਡੇ ਕੋਲ 3 ਕਿਸਮ ਦੀ ਟ੍ਰੇਨਿੰਗ ਹੁੰਦੀਆਂ ਨੇ। ਮਾਰਕੀਟਿੰਗ ਦੀ ਟ੍ਰੇਨਿੰਗ ਮੇਰੀ ਟ੍ਰੇਨਿੰਗ ਹੁੰਦੀ ਹੈ, ਇੱਕ ਸਾਡੀ ਵੈਬ ਫਾਰਮ ਦੀ ਟ੍ਰੇਨਿੰਗ ਹੁੰਦੀ ਹੈ। ਅਗਰ ਤੁਸੀਂ ਸਾਡੀ ਟ੍ਰੇਨਿੰਗ ਦੇ ਅੰਦਰ ਆਉਣਾ ਚਾਹੁੰਦੇ ਹੋ, ਮੇਰੀ ਮੈਂਟੋਰਸ਼ਿਪ ਦੇ ਅੰਦਰ ਆਉਣਾ ਚਾਹੁੰਦੇ ਹੋ, ਤੁਸੀਂ ਉਸ ਵਾਸਤੇ ਮੈਨੂੰ ਕੰਟੈਕਟ ਕਰ ਸਕਦੇ ਹੋ 6472994757। ਤੁਸੀਂ ਕਲੋਜ਼ਿੰਗ ਰਿਮਾਰਕ ਕਿਹਾ ਹੈ, ਉਹ ਕਲੋਜ਼ਿੰਗ ਰਿਮਾਰਕ ਮੈਂ ਮੋਂਗਾ ਸਾਹਿਬ ਦੇ ਉੱਤੇ ਕਹਾਂਗਾ। ਐਗਜ਼ੈਕਟਲੀ ਆਹੀ ਗੱਲ ਜਿਸੇ ਉੱਤੇ ਇਹਨਾਂ ਨੇ ਮੇਰੀ ਇਨਵੈਸਟਮੈਂਟ ਸ਼ੁਰੂ ਕੀਤੀਆਂ ਸੀਗੀਆਂ। ਇਹਨਾਂ ਨੇ ਮੇਰੇ ਕੋਲ ਪੁੱਛੇ ਬਗੈਰ ਕਹਿਤਾ ਸੀ ਪਿਕਰ ਜੀ ਤੁਸੀਂ ਤਾਂ ਹੋਲਡਿੰਗ ਕੈਪੈਸਿਟੀ ਹੈ ਹੀ ਹੈ, ਤੁਹਾਨੂੰ ਪੈਸਾ ਚਾਹੀਦਾ? ਮੈਂ ਕਿਹਾ ਮੈਨੂੰ ਚਾਹੀਦਾ ਹੀ ਨਹੀਂ, ਉਹ ਮੇਰੀ ਵਿਲ ਲਿਖਿਆ ਜਾਏਗਾ ਕਿ ਅੱਗੇ ਕਿਸੇ ਨੂੰ ਦੇਣਾ ਹੈਗਾ, ਪੈਸਾ ਚਾਹੀਦਾ ਨਹੀਂ। ਉਹੀਓ ਗੱਲ ਹੋਈ ਹੈ ਕਿ ਮੋਂਗਾ ਸਾਹਿਬ ਇੱਥੇ ਬੈਠੇ ਨੇ, ਜਿਸ ਮਾਰਕੀਟ ਖਰਾਬ ਹੋਈ, ਅਸੀਂ ਫਿਰ ਵੀ ਵੀਕਲੀ ਆਏ ਮੇਰੇ ਕੋਲ ਫਰਾਈਡੇ ਨੂੰ ਮੇਰੇ ਅਕਾਊਂਟ ਤੋਂ ਕੱਢ ਲੈਂਦੇ ਨੇ ਪੈਸੇ, ਉਹ ਚਲਾ ਜਾਂਦਾ ਹੈ। ਤੇ ਅਲਟੀਮੇਟਲੀ ਮੋਂਗਾ ਸਾਹਿਬ ਤੁਹਾਡਾ ਕੀ ਡਾਇਲੈਕਟ ਸੀਗਾ, ਉਹ ਬੈਲੈਂਸਿੰਗ ਵਾਲਾ ਕੀ ਡਾਲਰ ਕੀ ਹੁੰਦਾ ਉਹ? ਡਾਲਰ ਕਾਸਟ ਐਵਰੇਜਿੰਗ ਜੀ। ਥੈਂਕ ਯੂ। ਇਹਨਾਂ ਨੇ ਕਿਹਾ ਹੁਣ ਦੇਖੋ ਉਹ ਜਿਹੜਾ ਲਾਸ ਹੋਇਆ ਸੀਗਾ ਉਹ ਡਾਲਰ ਕਾਸਟ ਐਵਰੇਜ ਨਾਲ ਜਿਹੜਾ ਰੀਸੈਂਟ ਪੈਸਾ ਵਧਣਾ ਸ਼ੁਰੂ ਹੋ ਗਿਆ। ਤੇ ਇਹ ਹੋਲਡਿੰਗ ਕੈਪੈਸਿਟੀ ਜਿਹੜਾ ਮੇਰਾ ਰਿਮਾਰਕ ਹੈਗਾ, ਇਹ ਐਗਜ਼ੈਕਟਲੀ ਹੈ ਇਨਵੈਸਟਮੈਂਟ ਵਾਸਤੇ। ਐਂਡ ਇਨਵੈਸਟਮੈਂਟ ਚਾਹੇ ਫਾਈਨੈਂਸ਼ੀਅਲ ਹੋਏ ਜਾਂ ਘਰਾਂ ਦੀ ਹੋਏ ਜਾਂ ਰੀਅਲ estate ਦੀ ਹੋਏ, ਅਗਰ ਤੁਹਾਡੇ ਕੋਲ ਹੋਲਡਿੰਗ ਕੈਪੈਸਿਟੀ ਹੈ ਤੇ ਕੰਮ ਕਰੋ। ਅਗਰ ਪੈਸੇ ਦੇ ਪਿੱਛੇ ਪਿੱਛੇ ਦੌੜੋਗੇ ਔਰ ਉਹਨੂੰ ਯਾਦ ਰੱਖਦੇ ਰਹੋਗੇ, ਉਹ ਪੈਸਾ ਦੌੜਦਾ ਜਾਏਗਾ ਅੱਗੇ ਅੱਗੇ। ਮੈਂ ਛੋਟਾ ਜਿਹਾ ਐਗਜ਼ਾਮਪਲ ਦੇਣਾ, ਇੱਕ ਥੋੜਾ ਜਿਹਾ ਹਲਕੀ ਜੀ ਗੱਲ ਵਿਚਕਾਰ ਅਗਰ ਮਾਈਂਡ ਨਾ ਕਰਨਾ, ਇਹ ਪੈਸਾ ਜਿਹੜਾ ਇਹ ਕੁੱਤੇ ਦੀ ਪੂੰਛਲ ਹੈਗੀ। ਡੌਗ ਜਿਹੜਾ ਪੂੰਛਲ ਪਕੜਨੇ ਦੀ ਕੋਸ਼ਿਸ਼ ਕਰਦਾ ਉਹ ਪਕੜ ਹੀ ਨਹੀਂ ਪਾਉਂਦਾ, ਉਹ ਜਿਸ ਕੋਲ ਛੱਡ ਕੇ ਚੱਲ ਪੈਂਦਾ ਤਾਂ ਪੂੰਛਲ ਫਿਰ ਉਹਦੇ ਪਿੱਛੇ ਚੱਲਣੀ ਸ਼ੁਰੂ ਕਰ ਦਿੰਦੀ ਹੈਗੀ। ਦਿਸ ਇਜ਼ ਲਾਈਕ ਦੈਟ। ਕੀ ਬਾਤ ਹੈ। ਅੱਜ ਤੇ ਪੀਕੇ ਜੀ ਦਿਲ ਤੇ ਨਹੀਂ ਕਰਦਾ, ਕਿਉਂਕਿ ਮੇਰਾ ਤਾਂ ਦਿਲ ਕਰ ਰਿਹਾ ਕਿ 1-2 ਘੰਟੇ ਹੋਰ ਹੁੰਦੇ ਬੜੇ ਆਰਾਮ ਦੇ ਨਾਲ ਸਰ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਲੈਂਦੇ, ਕਿਉਂਕਿ ਡਾਇਰੈਕਟਲੀ ਸਾਡੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਇਹ ਸਾਰੀ ਗੱਲਬਾਤ ਉਹਨਾਂ ਨੂੰ ਲੈ ਕੇ ਇਹ ਹੁੰਦੀ ਹੈ ਤੇ ਬਿਲਕੁਲ ਇਹ ਟੱਚੀ ਹੁੰਦੀ ਹੈ। ਬਿਲਕੁਲ ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਕਿੱਥੇ ਅਸੀਂ ਗਲਤੀ ਕੀਤੀ। ਮੈਂ ਤਾਂ ਬਿਲਕੁਲ ਪਾਸਟ ਚ ਚਲਾ ਜਾਂਦਾ ਕਿ ਜਦੋਂ ਪੀਕੇ ਜੀ ਗੱਲ ਕਰਦੇ ਕਿ ਮੈਂ ਕਿਹੜੀ ਗਲਤੀ ਕੀਤੀ ਹੈ। ਸੋ ਸਰ ਇਟਸ ਅ ਵੰਡਰਫੁਲ ਐਕਸਪੀਰੀਅੰਸ, ਲਰਨਿੰਗ ਐਕਸਪੀਰੀਅੰਸ ਮੈਂ ਕਹਿ ਸਕਦਾ। ਸੋ ਥੈਂਕ ਯੂ ਵੈਰੀ ਮਚ ਬੋਥ ਆਫ ਯੂ। ਸੋ ਬਹੁਤ ਸ਼ੁਕਰੀਆ ਸਰ ਵਾਈ ਮੀਡੀਆ ਨਾਲ ਜੁੜਨ ਲਈ ਤੁਹਾਡਾ ਬਹੁਤ ਥੈਂਕ ਯੂ ਵੈਰੀ ਮਚ ਗੁਰਦੀਪ ਜੀ। ਥੈਂਕ ਯੂ।